पुरख निरभਉ निरवैर अकाल मूरत अजूनी सैभं गुर प्रसाद। जप आद सच जुगाद सच है भी सच नानक होसी भी सच। होली कीनी संत सेव रंग लागा अत लाल देव। गुले होली बबागे दहर बू करद लबे चू गुंचहरा फरखंदा खू करद। गुलाबो अंबरो मुश्को अंबीरो चुबारा बार से अज सूब सू करद। जहे पिचकारिये पुर जाफरानी के हर बेरंग रा खुश रंगो बू करद। गुलाल अफसानिये दस्ते मुबारक जमीनो आसमारा सुरखरू करद। दो आलम गस्त रंगी आज तो फैलस चुशा हम जामा रंगी दर गुलू करद। कशे को दीद दिदारे मुकद्दस मुरादे उम्र रा हासिल निको करद। शब्द कुर्बान खाके राहे संगत दिले गोया हमीरा आरजू करद। कशे को दीद दिदारे मुकद्दस मुरादे उम्र रा हासिल निको करद। शब्द कुर्बान खाके राहे संगत दिले गोया हमीरा आरजू करद। सतनाम श्री वाहिगुरु साहिब जी। एक ओंकार सतगुर प्रसाद। श्री गुरु गोबिंद सिंह स्वामी अंतरजामी जी को अमोला होला लिखयते कबित। लायो हो बडोई बांग प्रथम दीवान गुरु। संग तै को लेख लेख पत्र का बुलायो हो। आई देश देसन ते ल्याई भांत भांत भेट। गुर पद पास धर शीस हूँ चुकायो हो। गुरु की लय आज्ञा पांचो सिंह निहाल सिंह। ज्ञान अमृत पांच सैको रीत सो छिकायो हो। पांच मेल कोश ब्रह्म विद्या यथा योग दीनी। पाछे श्री गोबिंद सिंह बचन सुनायो हो। वाहिगुरु जी का खालसा वाहिगुरु जी की फतेह। परम सन्मान जो गुरु की साजी नवाजी हुई गुरु खालसा साध संगत जी संध्या दे दीवान गरीब नवाज पातशाह के चरणों 'च सजे हैं। अज सारे संसार दे विच खुशियां दा दिन है। होले महल्ले का महान समागम है। गुरु घर के कीर्तनीय सिंघां ने बड़े ही रस भिन्ने रागां विच सतगुरु जी की अमृतमयी गुरबाणी का कीर्तन आप जी को सरवण कराया है। होली कीनी संत सेव रंग लागा अत लाल देव। क्योंकि साढ़े जीवन में रंगां का बड़ा महत्व है। कादर जिहड़ा है ना वाहिगुरु कित्थे रहिंदा है। बलिहारी कुदरत वसिया तेरा अंत ना जाई लखिया। ते उस कादर ने उस वाहिगुरु ने बंदे नूं 5 साइंस 5 ज्ञान इंद्रियां दित्तियां हैं। उन्हां विच सब तो मुखी जिहड़ी है वो अख है, वो नज़र है और वो रंगां तो ही प्रभावित होंदी है। कन आवाज़ तो शब्द तो सौंड तो प्रभावित होंदे ने और रसना रस तो चमड़ी स्पर्श तो और नासका गंध तो। पर जिहड़ी साडी अख है मुख है देह को प्रधान दृग कहते बंदे दे शरीर 'च सब तो प्रधान इंद्री अख है। अखां गईयां ते जहान गया।
ਜਿਹਦੇ ਕੋਲ ਨਜ਼ਰ ਨਹੀਂ ਉਹਨੂੰ ਇਹ ਸੰਸਾਰ ਦੇ ਦਰਸ਼ਨ ਨਹੀਂ ਹੁੰਦੇ। ਤੇ ਰੰਗਾਂ ਦਾ ਬੜਾ ਵੱਡਾ ਮਹੱਤਵ ਹੈ। ਉਹਨਾਂ ਰੰਗਾਂ ਵਿੱਚੋਂ ਕੁਝ ਰੰਗ ਬਾਹਰੀ ਹਨ, ਕੁਝ ਅੰਤਰੀ ਵੀ ਹਨ। ਅੰਤਰੀਵੀ ਰੰਗ ਦਾ ਪਤਾ ਦੇਰੀ ਨਾਲ ਲੱਗਦਾ, ਪਹਿਲਾਂ ਬਾਹਰਲੇ ਰੰਗ ਵੇਖਣੇ ਪੈਂਦੇ ਆ। ਜਦੋਂ ਬਾਹਰਲੇ ਰੰਗ ਨੂੰ ਵੇਖਾਂਗੇ ਤੇ ਅੰਦਰਲੇ ਰੰਗ ਦੀ ਵੀ ਗੱਲ ਕਰਾਂਗੇ। ਸੱਚੇ ਪਾਤਸ਼ਾਹ ਮਹਾਰਾਜ ਨੇ, ਕਲਗੀਆਂ ਵਾਲੇ ਪਾਤਸ਼ਾਹ ਨੇ ਵੇਖਿਆ ਕਿ ਸਾਡੇ ਹਿੰਦੁਸਤਾਨ ਦੇ ਲੋਕਾਂ 'ਚ, ਭਾਰਤ ਵਾਸੀਆਂ ਵਿੱਚ ਇਤਨੀ ਗੁਲਾਮੀ, ਇਤਨੀ ਬੇਗੈਰਤੀ ਆ ਚੁੱਕੀ ਹੈ ਕਿ ਉਹਨਾਂ ਨੂੰ ਆਪਣੇ ਅੰਦਰੂਨੀ ਰੰਗਾਂ ਦਾ ਅਨੁਭਵ ਹੀ ਨਹੀਂ ਹੋ ਰਿਹਾ। ਤੇ ਸੱਚੇ ਪਾਤਸ਼ਾਹ ਨੇ ਵੇਖਿਆ ਵੀ ਹਜ਼ਾਰਾਂ ਸਾਲਾਂ ਤੋਂ ਜਿਹੜੇ ਪੁਰਾਤਨ ਯੁੱਗ ਦੇ ਰਿਸ਼ੀ ਮੁਨੀ, ਮਹਾਤਮਾ, ਸਾਧੂ ਸੰਤ ਹੋਏ, ਜਿਨ੍ਹਾਂ ਨੇ ਸਮਾਜ ਦਾ ਸੰਚਾਲਨ ਕਿਸੇ ਯੁੱਗ ਵਿੱਚ ਬੜੇ ਸੋਹਣੇ ਢੰਗ ਨਾਲ ਕੀਤਾ ਸੀ, ਉਹਨਾਂ ਨੇ ਰੰਗਾਂ ਦੀ ਵੀ ਮਹਾਨਤਾ ਨੂੰ ਮੁੱਖ ਰੱਖ ਕੇ ਹੋਲੀ ਸ਼ੁਰੂ ਕੀਤੀ ਸੀ। ਪਰ ਹੌਲੇ ਹੌਲੇ ਸਾਡੇ ਸਮਾਜ ਵਿੱਚ ਗਿਰਾਵਟਾਂ ਵੀ ਆਉਂਦੀਆਂ ਨੇ। ਗਿਰਾਵਟ ਇੱਥੋਂ ਤੱਕ ਆ ਗਈ ਕਿ ਰੰਗਾਂ ਦਾ, ਖੁਸ਼ੀਆਂ ਦਾ ਉਹ ਤਿਉਹਾਰ ਉਹਨਾਂ ਲੋਕਾਂ ਦਾ ਤਿਉਹਾਰ ਬਣ ਗਿਆ ਜਿਹੜੇ ਬਹੁਤ ਹੀ ਗਿਰ ਚੁੱਕੇ ਸਨ। ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜੇ ਹੋਏ ਉਹ ਲੋਕ ਇੱਥੋਂ ਤੱਕ ਗਿਰ ਚੁੱਕੇ ਵੀ ਸ਼ਰਾਬਾਂ ਪੀਣੀਆਂ, ਨਸ਼ੇ ਕਰਨੇ ਤੇ ਨਾਲੀਆਂ 'ਚੋਂ ਗੰਦ ਚੁੱਕ ਚੁੱਕ ਕੇ ਉੱਤੇ ਸੁੱਟ ਦੇਣਾ, ਖੇੜਾ ਉਡਾਣਾ, ਸਿਰ ਪਾਣਾ ਸੰਗੀ ਸਾਥੀਆਂ ਦੇ, ਕਰਨਾ ਕੁਪੱਤ, ਬਹੁ ਰੌਲਾ ਹੈ ਕਚੋੜਾ ਹੈ। ਗੁਰੂ ਸਾਹਿਬ ਜੀ ਨੇ ਉਹਨਾਂ ਸਾਰੇ ਤਿਉਹਾਰਾਂ ਨੂੰ ਨਵਾਂ ਰੂਪ ਦਿੱਤਾ। ਲੋਕ ਦੀਵਾਲੀ ਮਨਾਉਂਦੇ ਸੀ, ਦੀਵੇ ਬਾਲ ਲੈਣੇ, ਕਿਸੇ ਨੇ ਉਹ ਰੋਸ਼ਨੀ ਕਰ ਲੈਣੀ, ਪਰ ਅੰਦਰਲਾ ਦੀਵਾ ਬੁਝਿਆ ਰਹਿਣਾ। ਲੋਕ ਦੀਵਾਲੀ ਤੇ ਲక్ష్ਮੀ ਦੀ ਪੂਜਾ ਕਰਦੇ ਸੀ ਤੇ ਜੂਆ ਖੇਡ ਕੇ ਘਰ ਦੀ ਲక్ష్ਮੀ ਵੀ ਗਵਾ ਲੈਂਦੇ ਸੀ। ਮਹਾਰਾਜ ਨੇ ਆਖਿਆ ਇੱਦਾਂ ਨਹੀਂ ਦੀਵਾਲੀ ਮਨਾਉਣੀ। ਦੀਵਾਲੀ ਮਨਾਉਣੀ ਹੈ ਜਦੋਂ ਤੁਹਾਡੇ ਅੰਦਰ ਵੀ ਗਿਆਨ ਦਾ ਦੀਵਾ ਬਲੇ। ਸਤਿਗੁਰ ਸ਼ਬਦ ਉਜਾਰੋ ਦੀਪਾ, ਬਿਨ ਸਿਓ ਅੰਧਕਾਰ ਤੇ ਮੰਦਰ, ਰਤਨ ਕੋਠੜੀ ਖੁੱਲੀ ਅਨੂਪਾ। ਜਿਵੇਂ ਸਤਿਗੁਰੂ ਜੀ ਨੇ ਵੇਖਿਆ ਦੁਸ਼ਹਿਰਾ ਲੋਕ ਮਨਾਉਂਦੇ ਸੀ, ਰਾਵਣ ਦਾ ਪੁਤਲਾ ਫੂਕ ਕੇ ਬਸ ਕੰਮ ਸਾਰ ਲੈਂਦੇ ਸੀ। ਮਹਾਰਾਜ ਨੇ ਆਖਿਆ ਅਸਲੀ ਰਾਵਣ ਤੇ ਤੁਹਾਡੇ ਤੋਂ ਮਰਦਾ ਨਹੀਂ, ਤੁਹਾਡੇ ਸਾਹਮਣੇ ਬੈਠਾ ਔਰੰਗਜ਼ੇਬ। ਇਹਨੂੰ ਸੋਧਣ ਵਾਸਤੇ ਸ਼ਸਤਰਾਂ ਦੀ ਪੂਜਾ ਕਰੋ। ਸ਼ਸਤਰਨ ਕੇ ਅਧੀਨ ਹੈ ਰਾਜ, ਜੋ ਨਾ ਧਰੈ ਤਿਸ ਬਿਗੜੈ ਕਾਜ। ਦੁਸ਼ਹਿਰਾ ਸ਼ਸਤਰਾਂ ਦੀ ਪੂਜਾ ਦਾ ਮਹੱਤਵ ਸੱਚੇ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ, ਤਖਤ ਕੇਸਗੜ੍ਹ ਸਾਹਿਬ ਤੋਂ ਆਰੰਭ ਕੀਤਾ ਸੀ। ਇਸੇ ਤਰ੍ਹਾਂ ਹੋਲੀ ਦਾ ਤਿਉਹਾਰ ਜਿਹੜਾ ਸੀ, ਇਹ ਵੀ ਭਾਰਤ ਵਾਸੀਆਂ ਵਿੱਚ ਬੜਾ ਪ੍ਰਚਲਿਤ ਸੀ। ਪਰ ਮਿੱਟੀ ਘੱਟਾ ਉਡਾਉਣਾ, ਸਿਰ 'ਚ ਪਾ ਲੈਣਾ ਤੇ ਹੋਲੀ ਹੈ ਬਈ ਹੋਲੀ ਹੈ ਕਰਕੇ ਘਰਾਂ ਨੂੰ ਆ ਜਾਣਾ। ਸਤਿਗੁਰੂ ਜੀ ਨੇ ਹੁਕਮਨਾਮਾ ਜਾਰੀ ਕੀਤਾ ਸਨ 1701 ਦੇ ਵਿੱਚ, ਜਿੱਥੇ ਜਿੱਥੇ ਮੇਰਾ ਖਾਲਸਾ ਰਹਿੰਦਾ, ਪੰਜੇ ਸ਼ਸਤਰ ਬੰਨ੍ਹ ਕੇ ਸ੍ਰੀ ਅਨੰਦਪੁਰ ਸਾਹਿਬ ਆਓ। ਐਤਕੀ ਹੋਲੀ ਨੂੰ ਹੋਲੇ ਦੇ ਰੂਪ 'ਚ ਤਬਦੀਲ ਕਰ ਦਿਆਂਗੇ। ਪਾਤਸ਼ਾਹ ਨੇ ਸਾਰਿਆਂ ਨੂੰ ਬੁਲਾਇਆ। ਗੁਰੂ ਕੇ ਪਿਆਰੇ ਸ਼ਸਤਰਾਂ ਬਸਤਰਾਂ ਨਾਲ ਸਜੇ ਤਜੇ ਹੋਏ ਆਏ। ਹਜ਼ੂਰ ਨੇ ਹੋਲਾ ਮਨਾਇਆ। ਸ਼ਸਤਰਾਂ ਦੇ ਨਾਲ ਤਿਆਰ ਬਰ ਤਿਆਰ ਫੌਜਾਂ ਘੋੜਿਆਂ ਤੇ ਸਵਾਰ ਹੋ ਕੇ, ਨਗਾਰਾ ਵਜਾ ਕੇ ਜਾਹੋ ਜਲਾਲ ਦੇ ਨਾਲ ਨਿਕਲਣਗੀਆਂ। ਸ੍ਰੀ ਕਲਗੀਧਰ ਪਾਤਸ਼ਾਹ ਆਪ ਨੀਲੇ ਤੇ ਸਵਾਰ ਹੋਏ। ਔਰ ਸਾਧ ਸੰਗਤ ਜੀ, ਉਸ ਵੇਲੇ ਭਾਈ ਨੰਦ ਲਾਲ ਜੀ ਨੇ ਆਪਣੀ ਬਾਣੀ ਦੇ ਵਿੱਚ ਉਹ ਹੋਲੀ ਦਾ ਜ਼ਿਕਰ ਕੀਤਾ ਜਿਹੜੀ ਕਲਗੀਧਰ ਨੇ ਖੇਡੀ ਸੀ। ਉਹ ਕਹਿੰਦੇ ਗੁਲੇ ਹੋਲੀ ਬਬਾਗੇ ਦਹਿਰਬੂ ਕਰਨ, ਕਹਿੰਦੇ ਹੋਲੀ ਦਾ ਫੁੱਲ ਖਿੜਿਆ। ਆ ਜਿਹੜੀ ਰੁੱਤ ਹੈ ਨਾ, ਇਹ ਬਸੰਤ ਦੀ ਰੁੱਤ ਹੈ ਤੇ ਫੁੱਲ ਖਿੜਦੇ ਹਨ। ਕਹਿੰਦੇ ਵਾਹ 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 ਵਾਹ, ਕੈਸਾ ਕੈਸਾ ਸੁੰਦਰ ਫੁੱਲ ਖਿੜਿਆ ਹੋਲੀ ਦਾ। ਗੁਲੇ ਹੋਲੀ ਬਬਾਗੇ ਦਹਿਰਬੂ ਕਰਦ, ਲਬੇ ਚੂ ਗੁੰਚੈ ਰਾਫਰ ਖੰਦਾ ਖੂ ਕਰਦ। ਕਲਗੀਆਂ ਵਾਲੇ ਦੇ ਬੁੱਲ ਫਰਕੇ ਹਨ। ਉਹਨਾਂ ਬੁੱਲਾਂ ਤੇ ਮੁਸਕਰਾਹਟ ਆਈ ਹੈ। ਜਦੋਂ ਹਜ਼ੂਰ ਦੇ ਬੁੱਲਾਂ ਤੇ ਮੁਸਕਰਾਹਟ ਆਈ ਹੈ ਤੇ ਕੱਲੇ ਕਲਗੀਧਰ ਦੇ ਬੁੱਲ ਨਹੀਂ ਖੁੱਲੇ। ਕਹਿੰਦੇ ਸੰਸਾਰ ਦੇ ਜਿੰਨੇ ਵੀ ਗੁਲੇ ਹੋਲੀ ਫੁੱਲ ਹਨ, ਉਹਨਾਂ ਦੇ ਗੁੰਚੇ ਖਿੜ ਗਏ ਹਨ। ਰੱਤਾ ਸੱਚ ਨਾਮ ਤਲ ਹੀਲ, ਸੋ ਗੁਰ ਪਰਮਲ ਕਹੀਐ, ਜਾ ਕੀ ਵਾਸ ਬਨਾਸਪਤ ਸੌਰੈ, ਤਾਸ ਚਰਨ ਲਿਵ ਰਹੀ ਹੈ। ਚੌਥੇ ਪਾਤਸ਼ਾਹ ਦੇ ਬਚਨ ਨੇ। ਕਹਿੰਦੇ ਜਿਹਦਾ ਅੰਦਰ ਰੰਗਿਆ ਹੋਇਆ ਨਾ, ਜਿਹਦੇ ਅੰਦਰ ਖੁਸ਼ਬੂ ਹੈ, ਉਹਦੇ ਬੁੱਲਾਂ ਤੋਂ ਜਦੋਂ ਬਚਨ ਨਿਕਲਦੇ ਨੇ, ਉਹਦੀ ਖੁਸ਼ਬੂ ਸਾਰੇ ਪਾਸੇ ਪਸਰ ਜਾਂਦੀ ਹੈ।
ਐਸੇ ਸਤਿਗੁਰੂ ਨੂੰ ਚੰਦਨ ਗੁਰੂ ਕਹਿੰਦੇ ਨੇ, ਪਰਮਲ ਗੁਰੂ ਕਹਿੰਦੇ ਨੇ। ਸੋ ਗੁਰ ਪਰਮਲ ਕਹੀ ਹੈ ਜਾਂ ਕੀ ਵਾਸ, ਜਿਹਦੀ ਵਾਸਨਾ ਨਾਲ ਸਾਰੀ ਬਨਸਪਤੀ 'ਚ ਖੁਸ਼ਬੂ ਆਉਣ ਲੱਗ ਜਾਂਦੀ ਹੈ। ਉਹ ਜਿਹੜਾ ਅਕਾਲ ਪੁਰਖ ਵਾਹਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਲਿਖਿਆ ਹੀ ਹੈ ਨਾ, ਉਹ ਕਹਿੰਦੇ ਮੌਲੀ ਧਰਤੀ ਮੌਲਿਆ ਆਕਾਸ਼, ਘਟ ਘਟ ਮੌਲਿਆ ਆਤਮ ਪ੍ਰਕਾਸ਼। ਧਰਤੀ ਖਿੜੀ ਹੈ, ਆਕਾਸ਼ ਖਿੜਿਆ, ਸਾਰੀ ਬਨਸਪਤੀ ਖਿੜੀ ਹੈ। ਕਦੀ ਸੋਚਿਆ ਕਿਵੇਂ ਖਿੜੀ ਹੈ? ਕਹਿੰਦੇ ਪੱਤੇ ਪੱਤੇ 'ਚ ਵਾਹਿਗੁਰੂ ਦੀ ਆਤਮਾ ਦਾ ਪ੍ਰਕਾਸ਼ ਹੋਇਆ, ਜੋਤ ਦਾ ਪ੍ਰਕਾਸ਼ ਹੋਇਆ। ਘਟ ਘਟ ਮੌਲਿਆ ਆਤਮ ਪ੍ਰਕਾਸ਼। ਉਹ ਜਿਹੜਾ ਆਤਮ ਪ੍ਰਕਾਸ਼ ਸਰੂਪ ਪਰਮੇਸ਼ਰ ਸਭ ਦੇ ਵਿੱਚ ਬਿਰਾਜਮਾਨ ਸੀ, ਉਸ ਦਾ ਅਹਿਸਾਸ ਕਲਗੀਧਰ ਪਾਤਸ਼ਾਹ ਨੇ ਆਪਣੇ ਖਾਲਸੇ ਨੂੰ ਕਰਾਇਆ। ਭਾਈ ਸਾਹਿਬ ਕਹਿੰਦੇ ਗੁਲਾਲ ਅਫਸਾਨੀਏ ਦਸਤੇ ਮੁਬਾਰਕ। ਕਲਗੀਧਰ ਨੇ ਆਪਣੇ ਪਵਿੱਤਰ ਹੱਥਾਂ 'ਚ ਗੁਲਾਲ ਲੈ ਕੇ ਭਾਈ ਦਇਆ ਸਿੰਘ ਸਾਹਿਬ ਜੀ ਤੇ ਛਿੜਕਿਆ। ਜਦੋਂ ਭਾਈ ਦਇਆ ਸਿੰਘ ਤੇ ਗੁਲਾਲ ਛਿੜਕਿਆ ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਉਸ ਵੇਲੇ ਧਰਤੀ ਵੀ ਰੰਗੀ ਗਈ ਤੇ ਅਸਮਾਨ ਵੀ ਰੰਗਿਆ ਗਿਆ। ਗੁਲੇ ਹੋਲੀ, ਐਸਾ ਹੋਲੀ ਦਾ ਫੁੱਲ ਖਿੜਿਆ ਕਿ ਜ਼ਮੀਨੋਂ ਆਸਮਾਰਾ ਸੁਰਖਰੂ ਕਰ ਦੇ। ਧਰਤੀ ਵੀ ਲਾਲ ਤੇ ਅਸਮਾਨ ਵੀ ਲਾਲੋ ਲਾਲ ਕਰਦਾ। ਉਹ ਮੇਰੇ ਸੱਚੇ ਪਾਤਸ਼ਾਹ ਦਾ ਹੋਲਾ ਹੈ। ਖਾਲਸਾ ਜੀ ਆਓ, ਉਸ ਵੇਲੇ ਜੋ ਉਸ ਵਰਤਾਰਾ ਵਰਤਿਆ ਸੀਗਾ, ਜੋ ਉਸ ਵੇਲੇ ਆਨੰਦਪੁਰ ਸਾਹਿਬ ਹੋਇਆ ਸੀਗਾ, ਉਹ ਮਹਾਂਪੁਰਸ਼ ਪੰਡਿਤ ਨਿਹਾਲ ਸਿੰਘ ਜੀ ਨਿਰਮਲੇ, ਜਿਨ੍ਹਾਂ ਨੇ ਸਾਧ ਸੰਗਤ ਜੀ ਬੜੇ ਮਹਾਨ ਗ੍ਰੰਥਾਂ ਦੀ ਰਚਨਾ ਕੀਤੀ ਹੈ। ਇੱਕ ਗ੍ਰੰਥ ਉਹਨਾਂ ਨੇ ਲਿਖਿਆ ਅਣਮੋਲਾ ਹੋਲਾ, ਵੀ ਉਹ ਹੋਲਾ ਜਿਹਦਾ ਮੁੱਲ ਹੀ ਕੋਈ ਨਹੀਂ। ਹੋਲੀਆਂ ਤੇ ਘਰ ਘਰ ਮਨਾਈਆਂ ਜਾਂਦੀਆਂ, ਪਰ ਬੇਸ਼ਕੀਮਤੀ ਹੋਲੀ ਗੁਰੂ ਕਲਗੀਆਂ ਵਾਲੇ ਦਾ ਹੋਲਾ, ਆਨੰਦਪੁਰ ਸਾਹਿਬ ਵਾਲਾ ਹੋਲਾ, ਕੁਝ ਬਚਨ ਉਹਦੇ ਬਾਰੇ ਲਿਖੇ ਹੈ। ਅੱਜ ਸਿੰਘਾਂ ਨੇ ਕਿਹਾ ਵੀ ਅਮੋਲੇ ਹੋਲੇ ਵਿੱਚੋਂ ਕੁਝ ਕਵਿਤ ਸੁਣਾਓ। ਸਾਰੀ ਕਥਾ ਕਰੀਏ ਤਾਂ ਇੱਕ ਹਫ਼ਤਾ ਲੱਗ ਜਾਏ, ਘੰਟਾ ਰੋਜ਼ ਕਰੀਏ ਤਾਂ, ਪਰ ਆਪਾਂ ਵਿੱਚੋਂ ਸੰਖੇਪ ਜੇ ਕੁਝ ਛੰਦਾਂ ਦੀ ਵਿਚਾਰ ਤੁਹਾਡੇ ਨਾਲ ਕਰਾਂਗੇ। ਮਨ ਬਿਰਤੀਆਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਸ਼ਾਹ ਦੇ ਚਰਨਾਂ 'ਚ ਲੈ ਚਲੋ ਆਨੰਦਪੁਰ ਸਾਹਿਬ, ਤੇ ਬਾਜਾਂ ਵਾਲੇ ਤਾਜਾਂ ਵਾਲੇ ਸਤਿਗੁਰੂ ਦੇ ਚਰਨਾਂ ਦਾ ਧਿਆਨ ਧਰ ਕੇ ਕਥਾ ਦਾ ਆਨੰਦ ਮਾਣੀਏ। ਆਖੀਏ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਰੰਭਤਾ ਵਿੱਚ ਅਕਾਲ ਪੁਰਖ ਪਰਮੇਸ਼ਰ ਦਾ ਮੰਗਲਾ ਚਰਨ ਕੀਤਾ ਹੈ ਕਿ ਵਾਹਿਗੁਰੂ ਇੱਕ ਹੈ। ਸਤ ਚੇਤਨ ਆਨੰਦ ਸਰੂਪ ਸਤਿਗੁਰੂ ਪਰਮੇਸ਼ਰ ਦੀ ਕਿਰਪਾ ਨਾਲ ਉਸ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸਵਾਮੀ ਅੰਤਰਜਾਮੀ ਜੀ ਕੋ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਅੰਤਰਜਾਮੀ ਪਾਤਸ਼ਾਹ ਜੀ ਦਾ ਅਮੋਲਾ ਹੋਲਾ ਲਿਖਿਆ ਤੇ ਅਨਮੋਲਾ ਹੋਲਾ, ਜਿਹੜਾ ਕੋਈ ਮੁੱਲ ਹੀ ਨਹੀਂ ਹੈ, ਉਹ ਕਵੀ ਜੀ ਲਿਖ ਰਹੇ ਹਨ। ਕਬਿਤ ਲਾਇਓ ਹੋ ਬਡੋਈ ਬੰਕ ਪ੍ਰਥਮ ਦੀਵਾਨ ਗੁਰੂ। ਸਤਿਗੁਰੂ ਜੀ ਨੇ ਬੜਾ ਵੱਡਾ ਦੀਵਾਨ ਸਜਾਇਆ। ਤਖਤ ਕੇਸਗੜ੍ਹ ਸਾਹਿਬ ਦੀ ਧਰਤੀ ਤੇ ਹਜ਼ਾਰਾਂ ਸੰਗਤਾਂ ਬੈਠ ਗਈਆਂ ਨੇ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਤਖਤ ਤੇ ਬੈਠੇ ਨੇ। ਬੜਾ ਸੁੰਦਰ ਚੰਦੋਆ ਸੀਸ ਤੇ ਸੋਭਾ ਪਾ ਰਿਹਾ ਹੈ। ਬੜੇ ਜਾਹੋ ਜਲਾਲ ਦੇ ਨਾਲ ਮਹਾਂਵੀਰ ਸੂਰਬੀਰ ਯੋਧੇ ਸ਼ਸਤਰਾਂ ਨਾਲ ਸਜੇ ਹੋਏ ਦਸਵੇਂ ਪਾਤਸ਼ਾਹ ਜੀ ਤਖਤ ਤੇ ਬਿਰਾਜੇ ਹਨ। ਸੰਗਤਾਂ ਕੋ ਲਿਖ ਲਿਖ ਪੱਤਰ ਕਾ ਬੁਲਾਇਓ ਹੋ। ਔਰ ਹੁਕਮਨਾਮੇ ਭੇਜ ਭੇਜ ਕੇ ਹਿੰਦੁਸਤਾਨ ਦੇ ਕੋਨੇ ਕੋਨੇ ਤੋਂ ਸੰਗਤਾਂ, ਮਾਝੇ ਦੀਆਂ ਸੰਗਤਾਂ, ਮਾਲਵੇ ਦੀਆਂ ਸੰਗਤਾਂ, ਦੁਆਬੇ ਦੀਆਂ ਸੰਗਤਾਂ, ਕਸ਼ਮੀਰ ਦੀਆਂ ਸੰਗਤਾਂ, ਪਿਸ਼ੌਰ ਦੀਆਂ ਸੰਗਤਾਂ, ਮੁਲਤਾਨ ਦੀਆਂ ਸੰਗਤਾਂ, ਕਾਬਲ ਦੀਆਂ ਸੰਗਤਾਂ ਤੇ ਪਟਨੇ ਸਾਹਿਬ ਤੋਂ ਲੈ ਕੇ ਬੰਗਲਾਦੇਸ਼ ਤੱਕ ਦੀਆਂ ਸੰਗਤਾਂ, ਉੱਤਰ ਦੱਖਣ ਪੂਰਬ ਪੱਛਮ ਤੋਂ ਸੰਗਤਾਂ ਗੁਰੂ ਘਰ 'ਚ ਆ ਗਈਆਂ ਹਨ। ਆਈ ਦੇਸ ਦੇਸਨ ਤਲਿਆਈ ਭਾਂਤ ਭਾਂਤ ਭੇਟ। ਦੇਸ ਦੇਸ ਤੋਂ ਸੰਗਤ ਆਈ ਹੈ। ਹਜ਼ਾਰਾਂ ਲੱਖਾਂ ਸੰਗਤਾਂ ਆਈਆਂ ਨੇ ਤੇ ਭਾਂਤ ਭਾਂਤ ਦੀਆਂ ਪ੍ਰੇਮ ਭੇਟਾਵਾਂ। ਕੋਈ ਚੰਗੇ ਚੰਗੇ ਘੋੜੇ ਲੈ ਕੇ ਆਇਆ ਗੁਰੂ ਸਾਹਿਬ ਵਾਸਤੇ, ਕੋਈ ਢਾਲਾਂ ਤਲਵਾਰਾਂ ਖੰਜਰ ਬੁਗਦੇ ਪੇਸ਼ਕਬਜ਼ ਆਦਿਕ ਸ਼ਸਤਰ ਲੈ ਕੇ ਆਇਆ, ਕੋਈ ਮਹਾਰਾਜ ਵਾਸਤੇ ਸੋਹਣੇ ਪੁਸ਼ਾਕੇ ਲੈ ਕੇ ਆਇਆ, ਕੋਈ ਮਹਾਰਾਜ ਵਾਸਤੇ ਮਾਇਆ ਦੇ ਖੁੱਲੇ ਗੱਫੇ ਲੈ ਕੇ ਆਇਆ ਗੁਰੂ ਕੇ ਲੰਗਰਾਂ ਵਾਸਤੇ। ਗੁਰ ਪਦ ਪਾਸ ਧਰ ਸੀਸ ਹੂੰ ਚੁਕਾਇਓ ਹੋ। ਉਹਨਾਂ ਨੇ ਆਪਣੀਆਂ ਆਪਣੀਆਂ ਪ੍ਰੇਮ ਭੇਟਾਵਾਂ ਕਲਗੀਧਰ ਪਿਤਾ ਦੇ ਚਰਨਾਂ ਵਿੱਚ ਰੱਖ ਕੇ ਮੱਥਾ ਟੇਕਿਆ ਹੈ। ਗੁਰੂ ਕੀ ਲੈ ਆਗਿਆ ਪੰਚੋ ਸਿੰਘਨ ਨਿਹਾਲ ਸਿੰਘ। ਜਦੋਂ ਸਾਰਾ ਖਾਲਸਾ ਆ ਗਿਆ, ਸੰਗਤਾਂ ਆ ਗਈਆਂ ਨੇ, ਉਹ ਵੀ ਲੋਕ ਆਏ ਨੇ ਜਿਨ੍ਹਾਂ ਨੇ ਅਜੇ ਗੁਰੂ ਦੇ ਜਹਾਜ਼ੇ ਤੇ ਚੜ੍ਹਨਾ ਹੈ, ਖੰਡੇ ਦਾ ਅੰਮ੍ਰਿਤ ਛਕਣਾ ਹੈ। ਗੁਰੂ ਕਲਗੀਧਰ ਜੀ ਨੇ ਪੰਜਾਂ ਸਿੰਘਾਂ ਨੂੰ ਆਗਿਆ ਦਿੱਤੀ ਹੈ। ਭਾਈ ਦਇਆ ਸਿੰਘ ਜੀ
ਬਾਟਾ ਤਿਆਰ ਕਰੋ। ਬਾਟਾ ਤਿਆਰ ਕਰਕੇ ਆਸ ਨਵੀਆਂ ਸੰਗਤਾਂ ਨੂੰ ਤਿਆਰ ਬਰ ਤਿਆਰ ਕਰੋ, ਅੰਮ੍ਰਿਤ ਛਕਾਓ। ਗਿਆਨ ਅੰਮ੍ਰਿਤ ਪਾਂਚ ਸੈ ਕੋ ਰੀਤ ਸੋ ਛਕਾਇਓ ਹੋ। ਸ੍ਰੀ ਅਨੰਦਪੁਰ ਸਾਹਿਬ ਤਖਤ ਕੇਸਗੜ੍ਹ ਸਾਹਿਬ ਤੇ ਭਾਈ ਦਇਆ ਸਿੰਘ ਸਾਹਿਬ, ਭਾਈ ਧਰਮ ਸਿੰਘ, ਭਾਈ ਹਿੰਮਤ ਸਿੰਘ, ਭਾਈ ਮੋਹਕਮ ਸਿੰਘ, ਭਾਈ ਸਾਹਿਬ ਸਿੰਘ ਜੀ ਨੇ 5 ਬਾਣੀਆਂ ਦਾ ਪਾਠ ਕਰਕੇ ਸਰਬਲੋਹ ਦੇ ਬਾਟੇ 'ਚ ਖੰਡਾ ਫੇਰ ਕੇ ਅੰਮ੍ਰਿਤ ਦੀ ਦਾਤ 500 ਸਿੰਘਾਂ ਨੂੰ ਅੱਜ ਦਿੱਤੀ ਹੈ। ਉਸ ਵੇਲੇ 500 ਸਿੰਘ ਅੰਮ੍ਰਿਤ ਛਕਿਆ ਜਦੋਂ ਪਹਿਲੇ ਦਿਨ ਮਾਰੇ ਹੋਲਾ ਮਨਾਉਣ ਲੱਗੇ ਹਨ। ਪੰਜ ਮੇਲ ਕੋਸ ਬ੍ਰਹਮ ਵਿਦਿਆ ਯਥਾ ਯੋਗ ਦੀਨੀ। ਮਹਾਰਾਜ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਬ੍ਰਹਮ ਵਿਦਿਆ ਦਿੱਤੀ ਹੈ। 5 ਕੋਸ਼ਾਂ ਤੋਂ ਪਰਲੀ ਜਿਹੜੀ ਅਵਸਥਾ ਹੈ, 5 ਕੋਸ਼ ਨੇ ਸਾਧ ਸੰਗਤ ਜੀ। ਹੁਣ ਸਮਾਂ ਨਹੀਂ ਉਹਦੀ ਵਿਆਖਿਆ ਕਰੀਏ। ਆ ਜਿਹੜਾ ਸਾਡਾ ਅੰਨ ਤੋਂ ਬਣਿਆ ਸਰੀਰ, ਇਹਨੂੰ ਅੰਨਮਈ ਕੋਸ਼। ਕੋਸ਼ ਨਾਮ ਤਲਵਾਰ ਦੇ ਮਿਆਨ ਦਾ ਹੈ। ਆ ਤੇਗ ਦੇ ਉੱਤੇ ਮਿਆਨ ਚੜਿਆ, ਵਿੱਚ ਕਿਰਪਾਨ ਟੱਕੀ ਹੋਈ ਹੈ। ਆਤਮਾ ਦੇ ਉੱਤੇ 5 ਮਿਆਨ ਚੜੇ ਹੋਏ ਨੇ। ਉਹਨਾਂ 5 ਨੂੰ ਤਿਆਗ ਕੇ ਅਸਲੀ ਚੀਜ਼ ਤੱਕ ਪਹੁੰਚਣਾ ਹੈ, ਉਹ ਆਤਮ ਤੱਤ ਹੈ। ਗੁਰੂ ਸਾਹਿਬ ਜੀ ਨੇ ਆਪਣੇ ਖਾਲਸੇ ਨੂੰ ਉਹ ਆਤਮ ਤੱਤ ਤੱਕ ਪਹੁੰਚਾ ਦਿੱਤਾ ਹੈ ਤੇ ਆਪਣੀ ਬਾਣੀ 'ਚ ਬਚਨ ਕਰਦੇ ਨੇ, ਆਤਮ ਰਸ ਜਿਹ ਜਾਨਹੀ ਸੋ ਹੈ ਖਾਲਸ ਦੇਵ, ਪ੍ਰਭ ਮੈਂ ਮੋਹ ਮੈਂ ਤਾਸ ਮੈਂ ਰੰਚਕ ਨਾਹਿਨ ਭੇਵ। ਜਿਹਨੇ ਆਤਮ ਤੱਤ ਨੂੰ ਜਾਣ ਲਿਆ ਉਹ ਖਾਲਸਾ ਹੈ। ਹਾਂਜੀ। ਪਾਛੇ ਸ੍ਰੀ ਗੋਬਿੰਦ ਸਿੰਘ ਬਚਨ ਸੁਨਾਇਓ ਹੋ। ਜਦੋਂ ਮਹਾਰਾਜ ਨੇ ਸਾਰਿਆਂ ਨੂੰ ਤਿਆਰ ਬਰ ਤਿਆਰ ਕਰਤਾ, ਖੰਡੇ ਅੰਮ੍ਰਿਤ ਦੇ ਕੇ ਸ਼ਸਤਰ ਧਾਰੀ ਨਵੀਆਂ ਫੌਜਾਂ ਤਿਆਰ ਹੋ ਗਈਆਂ, ਕਿਉਂਕਿ ਰੋਜ਼ ਹੀ ਸੰਗਤਾਂ ਆਉਂਦੀਆਂ ਸੀ, ਰੋਜ਼ ਹੀ ਅੰਮ੍ਰਿਤ ਛਕਦਾ ਸੀ। 1699 ਤੋਂ ਲੈ ਕੇ 1701 ਤੱਕ ਪੌਣੇ 2 ਸਾਲ ਅੰਮ੍ਰਿਤ ਸੰਚਾਰ ਹੁੰਦਾ ਰਿਹਾ। ਉਹ ਪੌਣੇ 2 ਸਾਲ ਦੇ ਵਿੱਚ ਕਿੰਨੇ ਲੱਖਾਂ ਸਿੰਘ ਤਿਆਰ ਹੋ ਗਏ, ਹਜ਼ਾਰਾਂ ਸਿੰਘ ਤਿਆਰ ਹੋ ਗਏ। ਅੱਜ ਵੀ 500 ਸਿੰਘ ਨੇ ਅੰਮ੍ਰਿਤ ਛਕਿਆ ਜਦੋਂ ਪਹਿਲਾ ਹੋਲਾ ਮਹੱਲਾ ਮਨਾਇਆ। ਤੇ ਕਹਿੰਦੇ ਨਵੇਂ ਸਿੰਘ ਵੀ ਸੱਜ ਗਏ, ਪੁਰਾਣੇ ਵੀ ਆ ਗਏ। ਫਿਰ ਕਲਗੀਧਰ ਖਾਲਸੇ ਨੂੰ ਹੁਕਮ ਦਿੱਤਾ ਹੈ, ਬਿਤ ਕੀ ਜੰਗੇ ਵਿਵਿਧ ਰਾਗ ਰੰਗ ਕੇ ਬਿਲਾਸ ਹਾਸ। ਕਹਿੰਦੇ ਖਾਲਸਾ ਜੀ ਅੱਜ ਹੋਲਾ ਹੈ, ਅਨੇਕ ਪ੍ਰਕਾਰ ਦੇ ਰਾਗ ਰੰਗ ਹੋਣਗੇ। ਸ੍ਰੀ ਕੇਸਗੜ੍ਹ ਸਾਹਿਬ ਅੱਜ ਵੀ ਉਹ ਮਰਿਆਦਾ ਹੈ, ਸਾਰੀ ਰਾਤ ਰਹਿਣ ਸਵਾਈ ਕੀਰਤਨ ਹੁੰਦਾ ਰਾਗਾਂ ਵਿੱਚ। ਬਸੰਤ ਰਾਗ ਦਾ ਪ੍ਰਮੁੱਖ ਜਿਹੜਾ ਹੈ ਉਹ ਚੱਲਣ ਸ਼ੁਰੂ ਹੁੰਦਾ ਹੈ ਮਾਘੀ ਵਾਲੇ ਦਿਨ। ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਪਿਛਲੇ ਪਾਸੇ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਿਹੰਗ ਸਿੰਘ ਜੀ ਦਾ ਬੁੰਗਾ ਹੈ। ਉੱਥੇ ਰਾਗੀ ਸਿੰਘ ਇਕੱਠੇ ਹੋ ਕੇ 12 ਵਜੇ ਰਾਤ ਨੂੰ ਅਰਦਾਸਾ ਸੋਧਦੇ ਆ, ਕੜਾਹ ਪ੍ਰਸ਼ਾਦ ਦੀ ਦੇਗ ਭੇਟਾ ਕਰਕੇ। ਇਹ ਪੁਰਾਤਨ ਮਰਿਆਦਾ ਸੀ ਤੇ ਉਹ ਰਾਗ ਉੱਥੇ ਪਹਿਲਾਂ ਗਾਇਆ ਜਾਂਦਾ, ਫਿਰ ਸ੍ਰੀ ਹਰਿਮੰਦਰ ਸਾਹਿਬ ਤ੍ਰਿਪਹਿਰੇ ਦੀ ਚੌਂਕੀ 'ਚ ਬਸੰਤ ਸ਼ੁਰੂ ਹੋ ਜਾਂਦਾ ਤੇ ਹੋਲੇ ਮਹੱਲੇ ਕੇਸਗੜ੍ਹ ਸਾਹਿਬ ਆ ਕੇ ਉਹਦੀ ਸਮਾਪਤੀ ਹੁੰਦੀ ਹੈ। ਇੱਕ ਵਾਰੀ ਕਹਿੰਦੇ ਆ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਸ੍ਰੀ ਕੇਸਗੜ੍ਹ ਸਾਹਿਬ ਹੋਲੇ ਮਹੱਲੇ ਤੇ ਆਏ ਹੋਏ ਸਨ ਤੇ ਸ੍ਰੀ ਕੇਸਗੜ੍ਹ ਸਾਹਿਬ ਜੀ ਦੇ ਹਜ਼ੂਰੀ ਰਾਗੀ ਭਾਈ ਬਸੰਤ ਸਿੰਘ ਜੀ ਨੂੰ ਬੇਨਤੀ ਕੀਤੀ, ਇਹ ਗੁਰਮੁਖੋ ਇਹ ਸੁਣਿਆ ਕਹਿੰਦੇ ਰਾਗ ਆਉਂਦੇ ਨੇ ਜਦੋਂ ਰਾਗੀ ਗਾਉਂਦੇ ਨੇ। ਕਹਿੰਦੇ ਬਸੰਤ ਰਾਗ ਆਉਂਦਾ? ਭਾਈ ਬਸੰਤ ਸਿੰਘ ਜੀ ਕਹਿਣ ਲੱਗੇ, ਹਾਂ ਰਾਜਾ ਰਣਜੀਤ ਸਿੰਘ ਜੀ ਰਾਗ ਤੇ ਆਉਂਦੇ ਨੇ, ਦਰਸ਼ਨ ਦਿੰਦੇ ਨੇ। ਕਹਿੰਦੇ ਮੈਨੂੰ ਵੀ ਦਰਸ਼ਨ ਕਰਾ ਦਿਓ। ਮਹਾਰਾਜਾ ਰਣਜੀਤ ਸਿੰਘ ਨੇ ਬੇਨਤੀ ਕੀਤੀ ਰਾਗੀ ਸਿੰਘਾਂ ਨੂੰ। ਉਹ ਕਹਿੰਦੇ ਫਿਰ ਰਾਗੀ ਸਿੰਘ ਕਹਿਣ ਲੱਗੇ, ਬੜੇ ਬ੍ਰਹਮ ਗਿਆਨੀ ਸਨ ਤਖਤ ਕੇਸਗੜ੍ਹ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਬਸੰਤ ਸਿੰਘ ਜੀ। ਕਹਿੰਦੇ ਇੰਝ ਕਰੋ, ਸਵੇਰੇ ਅੰਮ੍ਰਿਤ ਵੇਲੇ 3 ਵਜੇ ਇਸ਼ਨਾਨ ਪਾਨ ਕਰਕੇ ਜਿੰਨੇ ਵੀ ਤੁਹਾਡੇ ਸਿੰਘ ਹਨ ਤੁਸੀਂ ਆਪ ਦਸਤਾਰਾ ਵੀ ਚਿੱਟਾ ਹੀ ਸਜਾਣਾ, ਚੋਲਾ ਵੀ ਚਿੱਟਾ ਹੀ ਪਹਿਨਣਾ, ਹਜ਼ੂਰੀਆ ਵੀ ਚਿੱਟਾ, ਕਮਰ ਕਸਾ ਵੀ ਚਿੱਟਾ, ਸਾਰੇ ਬਸਤਰ ਚਿੱਟੇ ਪਾ ਕੇ ਤੇ ਸਵੇਰੇ ਕੀਰਤਨ ਸੁਣਨ ਆ ਜਾਓ। ਸ਼ੇਰੇ ਪੰਜਾਬ ਕਹਿੰਦੇ ਸਵੇਰੇ ਅੰਮ੍ਰਿਤ ਵੇਲੇ ਤਿਆਰ ਹੋ ਕੇ ਨਾ ਕੇਸਗੜ੍ਹ ਸਾਹਿਬ ਚਿੱਟੇ ਬਸਤਰ ਪਹਿਨ ਕੇ ਦਸਤਾਰੇ ਤੋਂ ਲੈ ਕੇ ਚੋਲਾ ਸਾਰੇ ਬਸਤਰ ਚਿੱਟੇ ਪਾ ਕੇ ਆ ਗਿਆ। ਨਾਲ ਹਰੀ ਸਿੰਘ ਨਲੂਆ ਤੇ ਬਾਕੀ ਸਾਰੇ ਜਰਨੈਲ ਵੀ ਉਸੇ ਤਰ੍ਹਾਂ ਹੀ ਚਿੱਟੇ ਬਸਤਰ ਪਾ ਕੇ ਆਏ। ਕੇਸਗੜ੍ਹ ਸਾਹਿਬ ਕੀਰਤਨ ਸ਼ੁਰੂ ਹੋਇਆ। ਜਦੋਂ ਸ੍ਰੀ ਆਸਾ ਜੀ ਦੀ ਵਾਰ ਦਾ ਭੋਗ ਪਿਆ, ਅਰਦਾਸਾ ਹੋਇਆ ਤੇ ਕੜਾਹ ਪ੍ਰਸ਼ਾਦ ਦੀ ਦੇਗ ਲੈ ਕੇ ਸ਼ੇਰੇ ਪੰਜਾਬ ਸਿੰਘਾਂ ਸਮੇਤ ਤਖਤ ਸਾਹਿਬ ਤੋਂ ਬਾਹਰ ਨਿਕਲਿਆ। ਸਾਰਿਆਂ ਦੇ ਕੱਪੜੇ ਬਸੰਤੀ ਰੰਗ ਦੇ ਹੋ ਗਏ ਸਨ। ਐਸੀ ਰਾਗ ਦੀ ਕਲਾ ਵਰਤੀ ਸੀ। ਮਹਾਰਾਜ 10ਵੇਂ ਪਾਤਸ਼ਾਹ ਕਹਿੰਦੇ ਅੱਜ ਬਸੰਤ ਰਾਗ ਗਾਓ, ਅੱਜ ਸੋਹਣੇ ਸੋਹਣੇ ਰਾਗਾਂ ਵਿੱਚ ਗੁਰੂ ਕੀ ਬਾਣੀ ਦਾ ਕੀਰਤਨ ਕਰੋ। ਕੇਸਰ ਗੁਲਾਬ ਔ ਗੁਲਾਲ ਕਾ ਉਡਾਵਾਂਗੇ। ਮਹਾਰਾਜ ਕਹਿੰਦੇ ਅੱਜ ਕੇਸਰ ਉਡਾਵਾਂਗੇ, ਗੁਲਾਲ ਉਡਾਵਾਂਗੇ। ਅੱਜ ਗੁਲਾਬ ਤੇ ਅੰਬਰੋ ਮੁਸ਼ਕੋ ਅੰਬੀਰੋ ਚੂਬਾਰਾਂ ਬਾਹਰ ਸੇ ਅੱਜ ਸੂਬ ਸੂ ਕਰ। ਇਹ ਭਾਈ ਨੰਦ ਲਾਲ ਸਾਹਿਬ ਦੀ ਬਾਣੀ ਹੈ। ਅੱਜ ਕੱਲ੍ਹ ਜਿਨ੍ਹਾਂ ਨੂੰ ਨਾ ਊੜਾ ਨਹੀਂ ਆਉਂਦਾ ਨਾ, ਜਪਜੀ ਸਾਹਿਬ ਨਹੀਂ ਆਉਂਦਾ,
ਉਹ ਉੱਥੇ ਨੈੱਟ ਦੇ ਉੱਤੇ ਪਾ ਰਿਹਾ ਜੀ, ਉੱਥੇ ਨਿਹੰਗ ਸਿੰਘ ਰੰਗ ਉਡਾਉਂਦੇ ਆ। ਉਹ ਖਾਲਸਾ ਜੀ, ਇਹ ਹੋਲਾ ਮਹੱਲਾ ਰੰਗਾਂ ਤੋਂ ਬਿਨਾਂ ਮਨਾਇਆ ਹੀ ਨਹੀਂ ਜਾ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਇਹ ਖਾਲਸੇ ਦਾ ਜਾਹੋ ਜਲਾਲ ਹੈ। ਅੰਦਰਲਾ ਰੰਗ ਬਾਹਰ ਆਉਂਦਾ। ਇੱਕ ਕਿੰਤੂ ਪਰੰਤੂ ਕਰਨ ਵਾਲਾ ਕਹਿਣ ਲੱਗਾ ਜੀ ਉਹਦੇ ਅੰਦਰਲੇ ਰੰਗ ਦੀ ਗੱਲ ਹੈ। ਮੈਂ ਕਿਹਾ ਅੰਦਰਲਾ ਰੰਗ ਗੁਰੂ ਕੀ ਬਾਣੀ ਮਿੱਠੀ ਹੈ ਕਿ ਕੌੜੀ ਹੈ? ਕਹਿੰਦਾ ਮਿੱਠੀ ਹੈ। ਮੈਂ ਕਿਹਾ ਪੰਜ ਪਿਆਰੇ ਕੀ ਪੜ੍ਹਦੇ ਨੇ ਬਾਟੇ ਤੇ? ਬਾਣੀ ਮਿੱਠੀ ਕੋਈ ਨਹੀਂ। ਕਹਿੰਦਾ ਹੈ ਤਾਂ ਮਿੱਠੀ। ਮੈਂ ਕਿਹਾ ਪਤਾਸੇ ਕਿਉਂ ਪਾਉਂਦੇ ਨੇ? ਅੰਮ੍ਰਿਤ 'ਚ ਬਾਣੀ ਮਿੱਠੀ ਹੈ, ਪਤਾਸੇ ਪਾਉਂਦੇ ਕਿ ਨਹੀਂ ਪਾਉਂਦੇ? ਪਤਾਸੇ ਉਹ ਬਾਹਰਲਾ ਮਿੱਠਾ ਅੰਦਰਲਾ ਮਿੱਠਾ ਇੱਕ ਹੋ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਬਾਹਰਲੇ ਮਿੱਠੇ ਤੇ ਅੰਦਰਲੇ ਮਿੱਠੇ ਦਾ ਮੇਲ ਸਾਨੂੰ ਉਸ ਮਿੱਠੇ ਤੱਕ ਲੈ ਕੇ ਜਾਏਗਾ ਜਿਹੜਾ ਵਾਹਿਗੁਰੂ ਮਿੱਠਾ ਹੈ। ਬਾਹਰਲਾ ਰੰਗ ਜਿਹੜਾ ਹੈ ਨਾ, ਉਹ ਅੰਦਰਲੇ ਰੰਗ ਦਾ ਸੰਪਰਕ ਬਣਾ ਦਿੰਦਾ, ਅੰਦਰਲੀ ਖੁਸ਼ੀ ਨੂੰ ਬਾਹਰ ਪ੍ਰਗਟ ਕਰ ਦਿੰਦਾ। ਤੇ ਜਿਨ੍ਹਾਂ ਨੂੰ ਊੜਾ ਨਹੀਂ ਆਉਂਦਾ ਨਾ ਗੁਰਮਤਿ ਦਾ, ਉਹ ਅੱਜ ਗੁਰਮਤਿ ਦੇ ਪ੍ਰੋਫੈਸਰ ਬਣੇ ਹੋਏ, ਕਹਿੰਦੇ ਨਹੀਂ ਜੀ ਅਸੀਂ ਰੰਗ ਨਹੀਂ ਉਡਾਣ ਦੇਣਾ। ਇਹ ਪ੍ਰਚਾਰ ਕੇਸਗੜ੍ਹ ਸਾਹਿਬ ਤੋਂ ਵੀ ਕਰਦੇ, ਪਰ ਖਾਲਸਾ ਕਿਸੇ ਦੀ ਨਹੀਂ ਮੰਨਦਾ, ਗੁਰੂ ਗੋਬਿੰਦ ਸਿੰਘ ਦੀ ਮੰਨਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਹਿੰਦਾ ਕੇਸਰ ਗੁਲਾਬ ਕੋ ਗੁਲਾਲ ਕੋ ਉਡਾਵਾਂਗੇ। ਮਹਾਰਾਜ ਕਹਿੰਦੇ ਅਸੀਂ ਗੁਲਾਲ ਉਡਾਵਾਂਗੇ, ਅਸੀਂ ਕੇਸਰ ਉਡਾਵਾਂਗੇ, ਅਸੀਂ ਆਪਣੇ ਅੰਦਰਲੀ ਖੁਸ਼ੀ ਜ਼ਾਲਮਾਂ ਨੂੰ ਦੱਸ ਦਿਆਂਗੇ ਅਸੀਂ ਲਾਲੋ ਲਾਲ ਹਾਂ, ਅਸੀਂ ਜਾਹੋ ਜਲਾਲ ਵਿੱਚ ਹਾਂ, ਅਸੀਂ ਆਪਣੇ ਅੰਦਰਲਾ ਖੁਸ਼ੀ ਦਾ ਪ੍ਰਗਟਾਵਾ ਕਰਾਂਗੇ ਅੱਜ। ਹਾਂਜੀ। ਰਾਧਿਕਾ ਰਮਨ ਕੋ ਪ੍ਰਸੰਗ ਲਿਆਏ ਰਾਗੀ ਸਿੰਘ। ਰਾਗੀ ਸਿੰਘਾਂ ਨੂੰ ਕਹਿ ਦਿੱਤਾ ਵੀ ਕ੍ਰਿਸ਼ਨ ਅਵਤਾਰ ਵਿੱਚੋਂ ਉਹ ਛੰਦ ਗਾਓ ਆਪਣੀ ਬਾਣੀ ਚੋਂ, ਜਿਹਦੇ ਵਿੱਚ ਲਿਖਦੇ ਨੇ ਮੂਠੇ ਗੁਲਾਲ ਕੀ ਸਾਂਗ ਪ੍ਰਹਾਰੀ। ਉਹ ਜਿਹੜੀਆਂ ਬਾਣੀਆਂ ਮਹਾਰਾਜ ਨੇ ਲਿਖੀਆਂ 10ਵੇਂ ਪਾਤਸ਼ਾਹ ਨੇ, ਉਹਦੇ ਵਿੱਚੋਂ ਮਹਾਰਾਜ ਕਹਿੰਦੇ ਪ੍ਰਸੰਗ ਸੁਣਾਓ ਰਾਗੀ ਸਿੰਘੋ। ਰਾਗਨ ਮੈਂ ਸਾਜਨ ਮੈਂ ਪੜੂਆ ਸੁਣਾਵਾਂਗੀ। ਰਾਗਾਂ ਵਿੱਚ ਸਜਣਾ ਵਿੱਚ ਮਿੱਤਰਾਂ ਵਿੱਚ ਬਹਿ ਕੇ ਅੱਜ ਉਹ ਛੰਦ ਪੜਾਂਗੇ ਜਿਹੜੇ ਮਹਾਰਾਜ 10ਵੇਂ ਪਾਤਸ਼ਾਹ ਨੇ ਆਪਣੀ ਬਾਣੀ 'ਚ ਲਿਖੇ ਹਨ। ਸੇਵਕ ਨਿਹਾਲ ਸਿੰਘ ਸਭਨੋਂ ਨੇ ਸੁਣਿਓ ਆਛੇ। ਕਹਿੰਦੇ ਭਾਈ ਨਿਹਾਲ ਸਿੰਘ ਜੀ ਕਹਿੰਦੇ ਜਦੋਂ ਖਾਲਸੇ ਨੇ ਸੁਣਿਆ ਨਾ ਵੀ ਹਜੂਰ ਦਾ ਹੁਕਮ ਹੈ ਅੱਜ ਹੋਲਾ ਮਹੱਲਾ ਮਨਾਣਾ ਹੈ। ਮੀਤਨ ਕੀ ਗਾਲ ਪੈ ਗੁਲਾਲ ਮੀਤ ਲਾਵਾਂਗੇ। ਮੀਤਨ ਕੀ ਗਾਲ ਪੈ ਗੁਲਾਲ ਮੀਤ ਲਾਵਾਂਗੇ। ਮਿੱਤਰਾਂ ਦੀ ਗੱਲ ਦੇ ਉੱਤੇ ਗੁਲਾਲ ਦਾ ਰੰਗ ਮਿੱਤਰ ਲਾਣਗੇ। ਇਹ ਖਾਲਸੇ ਦਾ ਜਾਹੋ ਜਲਾਲ ਹੈ ਸਿੰਘ ਦਮਾਲਿਆਂ ਦੇ ਉੱਤੇ। ਇਹ ਜਿਹੜਾ ਮਿੱਟੀ ਰੰਗਾ ਬਾਜ਼ਾਰਾਂ 'ਚ ਰੰਗ ਮਿਲਦਾ ਨਾ, ਇਹ ਨਹੀਂ, ਇਹ ਤਾਂ ਸਿੰਥੈਟਿਕ ਜਿਹਾ ਰੰਗ ਹੈ। ਅੱਖਾਂ 'ਚ ਪੈ ਜੇ ਤਾਂ ਮਾੜਾ, ਮੂੰਹ 'ਚ ਪੈ ਜੇ ਤਾਂ ਮਾੜਾ। ਪਰ ਉਹ ਜਿਹੜਾ ਗੁਲਾਲ ਹੁੰਦਾ ਨਾ, ਬੜਾ ਮਹਿੰਗਾ ਹੁੰਦਾ, ਬੜਾ ਕੀਮਤੀ ਹੁੰਦਾ। ਉਹ ਤਾਂ ਮਖਮਲ ਵਰਗਾ ਹੁੰਦਾ ਹੈ, ਬਿਲਕੁਲ ਮੁਲਾਇਮ, ਬਿਲਕੁਲ ਚੁਭਦਾ ਨਹੀਂ, ਚਮੜੀ ਨੂੰ ਸਕਿਨ ਨੂੰ ਖਰਾਬ ਨਹੀਂ ਕਰਦਾ। ਉਹਦੀ ਖੁਸ਼ਬੂ ਕਈ ਹਫ਼ਤਿਆਂ ਤੱਕ ਕੱਪੜਿਆਂ 'ਚ ਆਉਂਦੀ ਰਹਿੰਦੀ ਹੈ। ਮਹਾਰਾਜ ਕਹਿੰਦੇ ਉਹ ਉਡਾਵਾਂਗੇ। ਸ੍ਰੀ ਗੁਰ ਆਨੰਦ ਰੂਪ ਕਹਿਓ ਸ੍ਰੀ ਆਨੰਦਪੁਰ। ਸ੍ਰੀ ਗੁਰ ਆਨੰਦ ਰੂਪ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਨੰਦ ਦੇ ਸੋਮੇ ਹਨ ਤੇ ਅੱਜ ਆਨੰਦਪੁਰ ਸਾਹਿਬ ਵਿੱਚ ਆਨੰਦ ਵੰਡ ਰਹੇ ਨੇ। ਕਰੈ ਆਨੰਦ ਆਨੰਦੀ ਮੇਰਾ। ਆਨੰਦ ਵਿੱਚ ਆ ਕੇ ਸੱਚੇ ਪਾਤਸ਼ਾਹ ਹੁਕਮ ਦਿੱਤਾ ਹੈ। ਸੁਣੋ ਖਾਲਸਾ ਜੀ ਹੋਲਾ ਕਾਲ ਹੀ ਮਚਾਵਾਂਗੇ। ਸੁਣੋ ਖਾਲਸਾ ਜੀ ਹੋਲਾ ਕਾਲ ਹੀ ਮਚਾਵਾਂਗੇ। ਕੱਲ ਆਪਾਂ ਹੋਲਾ ਮਨਾਵਾਂਗੇ ਤੇ ਬੜੇ ਜਾਹੋ ਜਲਾਲ ਨਾਲ ਹੋਲਾ ਮਨਾਵਾਂਗੇ। ਸਿੰਘਾ ਵਿਲੋਕਨੀਕ ਬਿਤ ਖਾਨੇ ਹੈ ਜੋ ਭਿੰਨ ਭਿੰਨ ਸੀਸੇ ਤਾਂ ਗੁਲਾਬ ਰਾਖੇ। ਕਹਿੰਦੇ ਗੁਲਾਬ ਦੀਆਂ ਸ਼ੀਸ਼ੀਆਂ ਲਿਆ ਕੇ ਆ ਜਿਹੜੇ ਗੁਲਾਬ ਦੇ ਵਿੱਚੋਂ ਅਤਰ ਕੱਢਦੇ ਨੇ, ਫੁਲੇਲ ਕੱਢਦੇ ਨੇ, ਉਹਨਾਂ ਨੇ ਲਿਆ ਕੇ ਚਮੇਲੀ ਦਾ, ਗੁਲਾਲ ਦਾ, ਕੇਵੜੇ ਦਾ, ਵਧੀਆ ਜਿਹੜੇ ਸੈਂਟ ਪਰਫਿਊਮ ਕੁਦਰਤੀ ਨੇਚਰਲੀ ਹੁੰਦੇ ਨੇ, ਉਹਨਾਂ ਦੀਆਂ ਸ਼ੀਸ਼ੀਆਂ ਲਿਆ ਕੇ ਸਤਿਗੁਰਾਂ ਦੇ ਕੋਲ ਹਾਜ਼ਰ ਕਰ ਦਿੱਤੀਆਂ ਹਨ। ਮਾਨੇ ਹੈ ਅਤਰ ਆਛ ਸੁਦੀ ਜੇ ਪਛਾਨੇ ਹੈ। ਜਿਹੜੇ ਅਤਰ ਗੁਲਾਲ, ਕੇਸਰ, ਚੰਦਨ ਦੇ ਬੜੇ ਸੋਹਣੇ ਸੁਗੰਧੇ ਪਰਫਿਊਮ ਹੁੰਦੇ ਨੇ, ਉਹ ਲਿਆ ਕੇ ਹਜੂਰ ਦੇ ਸਾਹਮਣੇ ਰੱਖੇ ਹਨ। ਮਾਨੇ ਹੈ ਨਸ਼ਬ ਸੋ ਅੰਬਾਰ ਜੋ ਅੰਬੀਰਨ ਕੇ। ਕਹਿੰਦੇ ਅਮੀਰ ਹੁੰਦਾ, ਅਮੀਰੋ ਗੁਲਾਬੋ ਅੰਬਰੋ ਮੁਸ਼ਕੋ ਅਮੀਰੋ। ਭਾਈ ਨੰਦ ਲਾਲ ਜੀ ਨੇ ਲਿਖਿਆ। ਕਹਿੰਦੇ ਅਮੀਰ ਦੀਆਂ
ਉਹਨਾਂ ਨੇ ਲਿਆ ਕੇ ਪੇਟੀਆਂ ਰੱਖ ਦਿੱਤੀਆਂ ਹਨ। ਕਿਉ ਹੀ ਲੈ ਗੁਲਾਲ ਬਿਆੰਤ ਰੀਤ ਸੋ ਲਗਾਨੇ ਹੈ। ਇਸੇ ਤਰ੍ਹਾਂ ਗੁਲਾਲ ਲਿਆ ਕੇ ਰੰਗ ਦਾ ਰੱਖਿਆ ਹੈ। ਆਨੇ ਹੈ ਗਵਈਏ ਆਨੇ ਤਾਂ ਰੀੜੀ ਜਾਣੇ ਸਿਆਣੇ। ਕਹਿੰਦੇ ਬੜੇ ਬੜੇ ਸਿਆਣੇ ਗਵਈਏ ਬੁਲਾਏ ਨੇ, ਰਾਗੀ ਬੁਲਾਏ ਨੇ, ਜਿਹੜੇ ਤਾਨਾ ਰੀੜੀਆਂ ਲਾ ਕੇ ਆਲਾਪ ਕਰ ਕਰਕੇ ਤਾਨ ਲਾ ਕੇ ਗਾਉਂਦੇ ਨੇ ਕੇਸਗੜ੍ਹ ਸਾਹਿਬ ਤੇ। ਸੰਤ ਕਵ ਰਾਖੀ ਪਿਚਕਾਰੀਆਂ ਖਜ਼ਾਨੇ ਹੈ। ਤੇ ਕਵੀ ਸੰਤ ਨਿਹਾਲ ਸਿੰਘ ਜੀ ਕਹਿੰਦੇ ਨੇ ਪਿਚਕਾਰੀਆਂ ਭਰ ਕੇ ਰੱਖੀਆਂ ਨੇ ਰੰਗ ਦੀਆਂ। ਜਾਣੇ ਹੈ ਬਚਨ ਸत्य ਸਿੱਖ ਨ ਉਚਾਰੇ ਗੁਰੂ। ਆ ਸਾਰੇ ਖਾਲਸੇ ਨੇ ਕਲਗੀਧਰ ਦੇ ਬਚਨਾਂ ਨੂੰ ਸੱਤ ਕਰਕੇ ਮੰਨਿਆ, ਕਿਸੇ ਤਰ੍ਹਾਂ ਦਾ ਕੋਈ ਕਿੰਤੂ ਪਰੰਤੂ ਨਹੀਂ ਕੀਤਾ। ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਹੁਕਮ ਹੋ ਗਿਆ ਸਿੱਖ ਨੂੰ ਕਿੰਤੂ ਪਰੰਤੂ, ਜੇ ਕਿੰਤੂ ਪਰੰਤੂ ਤੇ ਆ ਜੇ ਤੇ ਫਿਰ ਸਾਧ ਸੰਗਤ ਜੀ ਬੰਦਾ ਸਿਰੇ ਹੀ ਲੱਗ ਜਾਂਦਾ। ਕਿੰਤੂ ਪਰੰਤੂ ਕਿਤੇ ਮੁੱਕਦੀ ਥੋੜਾ। ਅੱਜ ਜਿਹੜੇ ਅੱਜ ਕਿੰਤੂ ਪਰੰਤੂ ਚ ਰੁੜ ਗਏ ਨੇ ਉਹ ਤੇ ਗੁਰੂ ਦੀ ਬਾਣੀ ਤੇ ਵੀ ਕਿੰਤੂ ਪਰੰਤੂ ਕਰੀ ਜਾਂਦੇ ਨੇ, ਇਤਿਹਾਸ ਤੇ ਵੀ ਕਿੰਤੂ ਪਰੰਤੂ ਕਰਦੇ ਜਾਂਦੇ, ਕੇਸਾਂ ਦੇ ਵੀ ਕਿੰਤੂ ਪਰੰਤੂ ਕਰੀ ਜਾਂਦੇ ਨੇ, ਸ਼ਸਤਰਾਂ ਦੇ ਵੀ ਕਿੰਤੂ ਪਰੰਤੂ ਕਰੀ ਜਾਂਦੇ ਨੇ, ਗੁਰੂ ਦੀ ਮਰਿਆਦਾ ਤੇ ਵੀ ਕਿੰਤੂ ਪਰੰਤੂ ਕਰੀ ਜਾਂਦੇ ਨੇ, ਉਹਦਾ ਤਖਤਾਂ ਦੇ ਵੀ ਕਿੰਤੂ ਪਰੰਤੂ ਕਰੀ ਜਾਂਦੇ ਨੇ, ਸਰੋਵਰਾਂ ਤੇ ਵੀ ਕਿੰਤੂ ਪਰੰਤੂ ਕਰੀ ਜਾਂਦੇ ਨੇ। ਮੁੱਕਦੀ ਨਹੀਂ ਕਿੰਤੂ ਪਰੰਤੂ ਤਾਂ। ਪਰ ਗੁਰੂ ਕੇ ਖਾਲਸੇ ਨੇ ਆਖਿਆ ਕੋਈ ਕਿੰਤੂ ਪਰੰਤੂ ਨਹੀਂ, ਜੋ ਗੁਰ ਕਹੈ ਸੋਈ ਭਲ ਮਾਨੋ। ਜੋ ਹੁਕਮ ਹੋ ਗਿਆ ਸੱਚੇ ਪਾਤਸ਼ਾਹ ਦਾ ਉਹ ਸਿਰ ਮੱਥੇ ਤੇ ਪ੍ਰਵਾਨ ਹੈ। ਹੋਏ ਗੋ ਜ਼ਰੂਰ ਹੋਲਾ ਕਾਲ ਹੀ ਬਖਾਨੇ ਹੈ। ਆਖ ਸਿੰਘ ਕਹਿਣ ਲੱਗੇ ਕੱਲ ਹੋਲਾ ਮਨਾਵਾਂਗੇ, ਜਾਹੋ ਜਲਾਲ ਨਾਲ ਮਨਾਵਾਂਗੇ। ਹਿੰਦੁਸਤਾਨ ਦੇ ਜ਼ਾਲਮ ਬਾਦਸ਼ਾਹ ਔਰੰਗਜ਼ੇਬ ਨੂੰ ਦੱਸ ਦਿਆਂਗੇ ਕਿ ਖਾਲਸਾ ਲਾਲੋ ਲਾਲ ਹੋ ਗਿਆ ਹੈ। ਹਾਂਜੀ, ਨੱਚਗਾ ਜੋ ਮਨ ਰੂਪੀ ਭੂਤਨਾ ਹੈ ਚੰਚਲ ਜੋ। ਆ ਜਿਹੜਾ ਮਨ ਰੂਪੀ ਭੂਤਨਾ ਹਰ ਵੇਲੇ ਨੱਚਦਾ ਰਹਿੰਦਾ ਉਹ ਟਿਕਦਾ ਨਹੀਂ, ਉਹਨੂੰ ਗੁਰੂ ਦੇ ਰੰਗ ਵਿੱਚ ਨਚਾ ਦਿਆਂਗੇ। ਆਖੋ ਸਤਨਾਮ ਸ੍ਰੀ। ਮਨ ਤਾਂ ਹਰ ਵੇਲੇ ਭੂਤਨਾ ਦੌੜਦਾ ਹੀ ਰਹਿੰਦਾ। ਜਦੋਂ ਆਪਾਂ ਆਨੰਦਪੁਰ ਸਾਹਿਬ ਜਾਈਏ ਨਾ ਕਦੀ ਸਾਧ ਸੰਗਤ, ਕਈ ਲੋਕ ਪੁੱਛਦੇ ਨੇ ਗੁਰਦੁਆਰੇ ਜਾਣ ਦਾ ਕੀ ਫਾਇਦਾ। ਇੱਥੇ ਕਈ ਨੌਜਵਾਨ ਬੱਚੇ, ਮੈਂ ਉਹਨਾਂ ਨੂੰ ਕਹਿਣਾ ਇੱਥੇ ਬੇਨਤੀ ਹੈ ਕਿ ਬਾਣੇ ਤੁਸੀਂ ਪਾਏ ਨੇ, ਬਾਣੀ ਵੀ ਦੋਵੇਂ ਰੱਖੋ ਤੇ ਘੱਟੋ ਘੱਟ ਇੱਕ ਟਾਈਮ ਗੁਰਦੁਆਰੇ ਮੱਥਾ ਟੇਕਣ ਜ਼ਰੂਰ ਆਇਆ ਕਰੋ। ਕਿਉਂ ਨਾ ਹੋਵੇ ਤਾਂ ਵੀ ਸਰਦਾ ਪਿਆ ਤੁਹਾਡਾ। ਪਰ ਜਿਹੜਾ ਮਨ ਭੂਤਨਾ ਨੱਚਦਾ ਨਾ 5 ਮਿੰਟ ਦੇ ਲਈ ਤਾਂ ਸ਼ਾਂਤ ਹੋ ਜਾਵੇ, ਠੀਕ ਹੈ, ਬਾਹਰ ਜਾ ਕੇ ਫਿਰ ਖਿੰਡੇਗਾ ਇਹ। ਪਰ ਇੱਥੇ ਆਓਗੇ ਜਦੋਂ ਹਜੂਰ ਨੂੰ ਦਰਸ਼ਨ ਕਰੋਗੇ, ਮੱਥਾ ਟੇਕੋਗੇ, ਪਰਿਕਰਮਾ ਕਰੋਗੇ, 5 ਮਿੰਟ ਕੀਰਤਨ ਸੁਣੋਗੇ, ਇਹ ਭੂਤਨਾ ਮਨ ਸ਼ਾਂਤ ਹੋ ਜਾਏਗਾ, ਟਿਕ ਜਾਏਗਾ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਆਂ ਵਾਲੇ ਦਾ ਖਾਲਸਾ ਕਹਿੰਦਾ ਆ ਸਾਡਾ ਭੂਤਨਾ ਮਨ ਜਿਹੜਾ ਹੋਰ ਰੰਗਾਂ 'ਚ ਨੱਚਦਾ ਸੀ, ਕੱਲ ਕਲਗੀਧਰ ਦੇ ਰੰਗ 'ਚ ਨੱਚੇਗਾ। ਹਾਂਜੀ, ਇੰਦਰੀਆ ਕੇ ਸਾਥ ਮਿਲਿਓ ਲੋਲ ਪਤਾ ਰਚੇਗਾ। ਇਹ ਮਨ ਜਿਹੜਾ ਇੰਦਰੀਆਂ ਨਾਲ ਮਿਲ ਕੇ ਕਦੀ ਅੱਖਾਂ ਦੇ ਵਿੱਚ ਬਹਿ ਕੇ, ਕਦੀ ਕੰਨਾਂ ਰਾਹੀਂ ਬਾਹਰ ਦੌੜਦੇ, 5 ਰਸਤੇ ਨੇ ਇਹਦੇ ਦੌੜਨ ਦੇ। ਕਦੀ ਅੱਖਾਂ ਰਾਹੀਂ ਰੂਪ ਵੱਲ ਦੇਖਦਾ, ਰੰਗਾਂ ਵੱਲ ਵੇਖਦਾ, ਪਰ ਕੱਲ ਨੂੰ ਇਹ ਮਨ ਗੁਰੂ ਦੇ ਰੰਗ ਵੇਖੇਗਾ। ਆ ਜਿਹੜਾ ਮਨ ਕੰਨਾਂ ਰਾਹੀਂ ਗਾਣੇ ਸੁਣਦਾ, ਕੱਲ ਨੂੰ ਗੁਰੂ ਦੀ ਬਾਣੀ ਸੁਣੇਗਾ। ਆ ਜਿਹੜਾ ਮਨ ਨੱਕ ਦੇ ਰਾਹੀਂ ਭੈੜੀਆਂ ਦੁਰਗੰਧੀਆਂ ਸੁੰਘਦਾ, ਇਹ ਕੱਲ ਗੁਰੂ ਦੇ ਚਰਨਾਂ ਦੀ ਸੁਗੰਧੀ ਲਵੇਗਾ। ਆ ਜਿਹੜੇ ਹੱਥਾਂ ਦੀ ਚਮੜੀ ਸਪਰਸ਼ ਕਰਦੀ ਹੈ ਮਾੜੇ ਪਾਸੇ, ਇਹ ਗੁਰੂ ਦੇ ਚਰਨਾਂ ਨੂੰ ਛੂਏਗੀ। ਕੱਲ ਸਾਡਾ ਮਨ ਰੰਗਿਆ ਜਾਏਗਾ। ਖਾਲਸਾ ਖੁਸ਼ ਹੋ ਗਿਆ, ਹੁਕਮ ਹੋ ਗਿਆ ਸੱਚੇ ਪਾਤਸ਼ਾਹ ਦਾ ਵੀ ਹੋਲੀ ਤੋਂ ਅਗਲੇ ਦਿਨ ਏਕਮ ਵਾਲੇ ਦਿਨ ਅਸੀਂ ਹੋਲਾ ਖੇਡਾਂਗੇ। ਉੱਡੇਗਾ ਅੰਬੀਰ ਆਛੋ ਅਲਤਾ ਦੀਵਾਨ ਪਰ। ਗੁਰੂ ਦੇ ਦੀਵਾਨ ਵਿੱਚ ਗੁਲਾਲ ਉੱਡੇਗਾ, ਅੰਬੀਰ ਉੱਡੇਗਾ, ਕੇਸਰ ਦੇ ਫੁਹਾਰੇ ਫੁੱਟਣਗੇ। ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਕੱਲ ਹੋਲਾ ਖੇਡਣਗੇ। ਕਹਿ ਕੇ ਭਿਗੋਵਾਂਗੇ ਨਾ ਭਾਜ ਕੋ ਬਚੇਗਾ। ਕੱਲ ਫੜ ਕੇ ਭਿਵਾਂਗੇ ਰੰਗ ਦੇ ਵਿੱਚ, ਕਹਿੰਦੇ ਭੱਜ ਕੇ ਨਹੀਂ ਜਾਣ ਦਿਆਂਗੇ ਕਿਸੇ ਨੂੰ। ਕਿਹੜਾ ਭੱਜੇਗਾ, ਕਹਿੰਦੇ ਇੰਨਾ ਗੁਰੂ ਦਾ ਪਿਆਰ ਉਤਸ਼ਾਹ ਸਿੰਘਾਂ ਦੇ ਮਨ ਵਿੱਚ ਆ ਗਿਆ ਹੈ। ਸੰਤ ਖੁਸ਼ੀ ਮ੍ਰਿਗ ਰਾਗ ਹੋਏਗੋ ਆਨੰਦ ਬੜੋ। ਸੰਤ ਨਿਹਾਲ ਸਿੰਘ ਜੀ ਕਹਿੰਦੇ ਕੱਲ ਬੜਾ ਪਿਆਰ ਦਾ ਰਾਗ ਗਾਵਾਂਗੇ, ਕੱਲ ਬੜਾ ਅਨੁਰਾਗ ਗਾਵਾਂਗੇ, ਕੱਲ ਦਾ ਜਾਹੋ ਜਲਾਲ ਬੜਾ ਨਜ਼ਾਰੇ ਵਾਲਾ ਹੋਵੇਗਾ ਜਦੋਂ ਬਾਜਾਂ ਵਾਲੇ ਪਾਤਸ਼ਾਹ ਦੀ ਹਜ਼ੂਰੀ 'ਚ ਅਸੀਂ ਹੋਲਾ ਖੇਡਾਂਗੇ। ਦੇਖ ਨਰ ਨਾਰੀਆਂ ਕਾ ਚਿਤ ਹੂੰਡ ਲੱਚੇਗਾ। ਕਹਿੰਦੇ ਇਸਤਰੀ ਪੁਰਸ਼ ਵੱਡੇ ਛੋਟੇ ਗਰੀਬ ਅਮੀਰ ਦਾ ਮਨ ਮੋਹਿਆ ਜਾਏਗਾ ਜਦੋਂ 10ਵੇਂ ਪਾਤਸ਼ਾਹ ਮਹਾਰਾਜ ਸਾਧ ਸੰਗਤ ਜੀ ਅਸੀਂ ਨਜ਼ਾਰੇ ਵੇਖੇ ਹੈ। ਸ੍ਰੀ ਕੇਸਗੜ੍ਹ ਸਾਹਿਬ ਨੂੰ ਜਦੋਂ ਇੱਥੋਂ ਸ਼ਹੀਦੀ ਬਾਗ ਵੱਲੋਂ ਮਹੱਲਾ ਚੜ੍ਹ ਕੇ ਜਾਂਦਾ ਨਾ, ਅੱਜ ਤੋਂ ਇਹ 20-25 ਸਾਲ ਦੀ ਗੱਲ ਹੈ, ਤੇ ਇੱਕ ਬਜ਼ੁਰਗ ਹੁੰਦੇ ਸੀ, ਉਹਨਾਂ ਦਾ ਨਾਂ ਵੀ ਮੈਨੂੰ ਨਹੀਂ ਪਤਾ,
ਪਰ ਮੈਂ ਉਹਨਾਂ ਦੇ ਕਈ ਸਾਲ ਲਗਾਤਾਰ ਦਰਸ਼ਨ ਕੀਤੇ। ਪਜਾਮਾ ਕੁੜਤਾ ਉਹਨਾਂ ਨੇ ਪਾਇਆ ਹੁੰਦਾ ਸੀ ਮਿੱਟੀ 'ਚ ਰੰਗਾ ਸਾਦਾ ਜਿਹਾ, ਤੇ ਦਸਤਾਰ ਉਹਨਾਂ ਨੇ ਸ਼ਮਲੇ ਵਾਲੀ ਦੇ ਪਿੱਛੇ ਲੜ ਛੱਡਦੇ ਨਾ ਬਜ਼ੁਰਗ, ਉੱਤੇ ਵੀ ਸ਼ਮਲਾ ਤੇ ਪਿੱਛੇ ਵੀ ਸ਼ਮਲਾ ਤੇ ਨੁੱਕਰ ਵਾਲੀ ਦਸਤਾਰ ਪੁਰਾਣੇ ਬਜ਼ੁਰਗ, ਉਹਨਾਂ ਨੇ ਸਜਾਈ ਹੋਣੀ ਤੇ ਨੰਗੀ ਤਲਵਾਰ ਲੈ ਕੇ ਜਦੋਂ ਘੋੜੇ ਆਉਣੇ, ਸ਼ਸਤਰ ਫੌਜਾਂ ਆਉਣੀਆਂ ਨਾ, ਨਿਸ਼ਾਨ ਸਾਹਿਬ ਆਉਣੇ, ਆ ਗਏ ਆ ਗਏ ਆ ਗਏ ਆ ਗਏ, ਏਦਾਂ ਗੱਜਿਆ ਕਰੇ ਉਹ ਬਾਬਾ, ਕਈ ਅੱਧਾ ਘੰਟਾ ਜਕਾਰੇ ਗਿਆ ਕਰੇ। ਉਹਨੂੰ ਏਦਾਂ ਲੱਗਿਆ ਕਰੇ ਵੀ ਸਾਹਿਬ ਕਲਗੀਧਰ ਪਾਤਸ਼ਾਹ ਮਹਾਰਾਜ ਆ ਰਹੇ ਆ, ਉਹਨਾਂ ਦੀਆਂ ਫੌਜਾਂ ਆ ਰਹੀਆਂ, ਉਹਨਾਂ ਦੇ ਨਗਾਰੇ ਵੱਜ ਰਹੇ ਆ। ਜਿਨ੍ਹਾਂ ਦੀ ਅੱਖ ਹੈ ਨਾ, ਅੱਜ ਵੀ ਦਰਸ਼ਨ ਹੁੰਦੇ ਹੋਲੇ ਮਹੱਲੇ 'ਚ। ਦਸਵੇਂ ਪਾਤਸ਼ਾਹ ਨੇ ਕਿਹਾ ਸੀ, ਜਦੋਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਕੇ ਜਾ ਰਹੇ ਸਨ ਤੇ ਸਾਹਿਬ ਅਜੀਤ ਸਿੰਘ ਜੀ ਮੁੜ ਪਿੱਛੇ ਵੇਖਦੇ, ਤੇ ਭਾਈ ਚੌਪਾ ਸਿੰਘ ਖਿਡਾਵਾ ਪੁੱਛਣ ਲੱਗਾ, ਸਾਹਿਬ ਜੀ ਮੁੜ ਕੀ ਵੇਖਦੇ ਹੋ ਪਿੱਛੇ? ਸਾਹਿਬਜ਼ਾਦਾ ਅਜੀਤ ਸਿੰਘ ਕਹਿੰਦੇ, ਬਾਪੂ ਜੀ ਮੈਂ ਦੇਖਦਾ ਜਿੱਥੇ ਅਸੀਂ ਜੰਮੇ ਪਲੇ ਖੇਡੇ ਹੱਸੇ ਉਹ ਅਨੰਦਪੁਰ ਸਾਹਿਬ ਦੀ ਧਰਤੀ ਛੱਡ ਚੱਲੇ ਆ, ਕਿ ਮੁੜ ਕੇ ਸਾਨੂੰ ਅਨੰਦਪੁਰ ਸਾਹਿਬ ਦੇ ਦਰਸ਼ਨ ਹੋਣੇ? ਇਹ ਸੁਣ ਕੇ ਭਾਈ ਚੌਪਾ ਸਿੰਘ ਦੇ ਹੰਝੂ ਵਹਿ ਤੁਰੇ। ਕੋਲ ਜਿਹੜੇ 5-4 ਸਿੰਘ ਸੀ ਉਹ ਵੀ ਰੋਣ ਲੱਗ ਪਏ। 2-4 ਸਕਿੰਟ 'ਚ ਮਹਾਰਾਜ ਦਸਵੇਂ ਪਾਤਸ਼ਾਹ ਦਾ ਘੋੜਾ ਬਰਾਬਰ ਆ ਗਿਆ। ਕਹਿਣ ਲੱਗੇ, ਚੌਪਾ ਸਿੰਘ ਜੀ ਕੀ ਗੱਲ, ਕੀ ਹੋ ਗਿਆ? ਭਲੇ ਗਲੇ ਨਾਲ ਪੁੱਛਿਆ। ਕਹਿਣ ਲੱਗਾ, ਮਹਾਰਾਜ ਸਾਹਿਬਜੀਤ ਸਿੰਘ ਪੁੱਛਦਾ, ਅਨੰਦਪੁਰ ਸਾਹਿਬ ਮੁੜ ਕੇ ਆਪਾਂ ਆਵਾਂਗੇ? ਹਜ਼ੂਰ ਕਹਿਣ ਲੱਗੇ, ਪੁੱਤਰ ਜੀਤ ਸਿੰਘ ਆਪਾਂ ਹਰ ਸਾਲ ਆਇਆ ਕਰਾਂਗੇ ਹੋਲੇ ਮਹੱਲੇ ਵਿੱਚ। ਜਦੋਂ ਸਾਡਾ ਪੰਥ ਆਇਆ ਕਰੇਗਾ, ਸਾਡੇ ਸਿੰਘ ਆਇਆ ਕਰਨਗੇ, ਸਾਡਾ ਖਾਲਸਾ ਆਇਆ ਕਰੇਗਾ, ਅਸੀਂ ਉਹਨਾਂ ਦੇ ਵਿੱਚ ਹੋਇਆ ਕਰਾਂਗੇ, ਤੇ ਹਰ ਸਾਲ ਇੱਥੇ ਦਰਸ਼ਨ ਦਿੰਦੇ ਆ। ਦਰਸ਼ਨ ਅੱਖ ਹੋਣੀ ਚਾਹੀਦੀ ਹੈ। ਬੁੱਲਿਆ ਸ਼ੌਹ ਤੇ ਇੱਥੋਂ ਵੱਖ ਨਹੀਂ, ਪਰ ਵੇਖਣ ਵਾਲੀ ਅੱਖ ਨਹੀਂ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਲਾਡਲੇ ਸਿੰਘ ਆਪਸ 'ਚ ਕਹਿੰਦੇ, ਕੱਲ ਨੂੰ ਹੋਲਾ ਮਨਾਵਾਂਗੇ। ਬੈਠੇ ਹੈ ਆਨੰਦਪੁਰ ਕਹਿਓ ਸ੍ਰੀ ਗੋਬਿੰਦ ਸਿੰਘ। ਬੈਠੇ ਹੈ ਆਨੰਦਪੁਰ, ਸ੍ਰੀ ਆਨੰਦਪੁਰ ਸਾਹਿਬ ਬੈਠੇ ਦਸਵੇਂ ਪਾਤਸ਼ਾਹ, ਕਹਿਓ ਸ੍ਰੀ ਗੋਬਿੰਦ ਸਿੰਘ। ਗੁਰੂ ਗੋਬਿੰਦ ਸਿੰਘ ਇਉਂ ਬੋਲੇ, ਸੁਣੋ ਪੁੱਤਰ ਖਾਲਸਾ ਜੀ ਹੋਲਾ ਕਾਲ ਮਚੇਗਾ। ਸੁਣੋ ਪੁੱਤਰ ਖਾਲਸਾ ਜੀ, ਮੇਰੇ ਪੁੱਤਰੋ ਕੱਲ ਨੂੰ ਹੋਲਾ ਮਚਾਵਾਂਗੇ। ਜਾਵਾਂਗੇ ਚਤੁਰ ਸੂਰੀ ਸਾਜ ਮੇਲ ਰਾਗੀ ਸਿੰਘ। ਰਾਗੀ ਸਿੰਘ ਬੜੇ ਸੋਹਣੇ ਸਾਜ਼ਾਂ ਦੇ ਨਾਲ, ਬੜੇ ਸੁਰਤਾਲ ਦੇ ਨਾਲ ਰਾਗਾਂ ਦਾ ਆਲਾਪ ਕਰਨਗੇ। ਕੇਸਰੀ ਗੁਲਾਬੀ ਪਿਚਕਾਰੀਆਂ ਚਲਾਵਾਂਗੇ। ਕੇਸਰ ਦੀਆਂ ਤੇ ਗੁਲਾਬ ਦੀਆਂ ਭਰ ਪਿਚਕਾਰੀਆਂ ਚਲਾਵਾਂਗੇ। ਭਾਈ ਨੰਦ ਲਾਲ ਜੀ ਨੇ ਵੇਖਿਆ ਸੀ, ਨੇ ਲਿਖਿਆ, ਉਹ ਕਹਿੰਦੇ, ਜ਼ਹੇ ਪਿਚਕਾਰੀਏ ਪੁਰ ਜ਼ਾਫਰਾਨੀ ਕਿ ਹਰ ਬੇ ਰੰਗ ਰਾ ਖੁਸ਼ ਰੰਗੋ ਬੂ ਕਰਦਾ, ਕਿ ਹੇ ਕਲਗੀਧਰ ਦੇ ਹੱਥ ਦੀ ਪਿਚਕਾਰੀਏ ਮੈਂ ਤੇਥੋਂ ਬਲਿਹਾਰ ਜਾਵਾਂ ਕਿ ਹਰ ਬੇਰੰਗ ਨੂੰ ਖੁਸ਼ ਰੰਗ ਕਰ ਦਿੱਤਾ ਹੈ। जिन की जात गोत कुल माही सरदारी पी नहीं कदाई, उन्हीं को सरदार बनाऊं तबै गोबिंद सिंह नाम कहा। कल नू खालसा जी पिचकारियां भर के महला खेडांगे। लावेंगे गुलाल मुख गाल लाल होए रसाल। गावांगे रागां दे विच ਉਹ ਰਾਗ ਗਾਵਾਂਗੇ ਜਿਹੜੇ ਵੀਰ ਰਸ ਵੀ ਵਧਾਉਂਦੇ ਨੇ, ਜਿਹੜੇ ਉਤਸ਼ਾਹ ਨੂੰ ਵਧਾਉਂਦੇ ਨੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਪਾਤਸ਼ਾਹ ਕਹਿੰਦੇ, ਕੱਲ ਸ਼ਸਤਰਾਂ ਬਸਤਰਾਂ ਨਾਲ ਸਜ ਕੇ ਨਿਸ਼ਾਨਾਂ ਤੇ ਨਗਾਰਿਆਂ ਦੀ ਤਾਬੇ ਮਹੱਲਾ ਖੇਡਾਂਗੇ। ਉਡਤ ਗੁਲਾਲ ਵੇਖ ਸਭੀ ਹਰ ਖਾਵਾਂਗੇ। ਉਹ ਸਾਡਾ ਖਾਲਸੇ ਦਾ ਉਡਦਾ ਗੁਲਾਲ ਵੇਖ ਕੇ ਸਭ ਖੁਸ਼ ਹੋ ਜਾਣਗੇ। ਜਦੋਂ ਗੁਲਾਲ ਉੱਡੇਗਾ ਕੇਸਗੜ੍ਹ ਸਾਹਿਬ ਤੋਂ, ਤੇ ਉਹਦੀ ਪ੍ਰਸੰਨਤਾ, ਉਹਦੀ ਖੁਸ਼ੀ, ਉਹਦਾ ਜਾਹੋ ਜਲਾਲ ਝੱਲਿਆ ਨਹੀਂ ਜਾਵੇਗਾ। ਖਾਵਾਂਗੇ ਕੜਾਓ ਮੇਵਾ ਸੰਤ ਖੁਸ਼ੀ ਮ੍ਰਿਗਰਾਜ। ਕੱਲ ਨੂੰ ਕੜਾਹ ਪ੍ਰਸ਼ਾਦ ਦੀਆਂ ਦੇਗਾਂ ਛਕਾਂਗੇ, ਮੇਵੇ ਛਕਾਂਗੇ, ਖੁਸ਼ੀਆਂ ਦੇ ਵਿੱਚ ਹੋਲਾ ਮਹੱਲਾ ਮਨਾਵਾਂਗੇ। ਬੇਅੰਤ 36 ਪ੍ਰਕਾਰ ਦੇ ਭੋਜਨ ਦਾ ਲੰਗਰ ਚੱਲੇਗਾ। ਇਹਦੇ ਵਿੱਚ ਪ੍ਰਭ ਜੀ ਕੇ ਪ੍ਰੇਮ ਕੋ ਵਧਾਵਾਂਗੇ। ਤੇ ਮਨ ਦੇ ਵਿੱਚ ਪ੍ਰਭ ਜੀ ਕੋ ਪ੍ਰੇਮ ਕੋ ਵਧਾਵਾਂਗੇ। ਜਦੋਂ ਆਪਾਂ ਸਾਧ ਸੰਗਤ ਜੀ ਗੁਰੂ ਘਰ ਜਾਂਦੇ ਆ, ਕੀਰਤਨ ਸੁਣਦੇ ਆ, ਮਹੱਲੇ ਮਨਾਉਂਦੇ ਆ, ਨਗਰ ਕੀਰਤਨ ਜਾਂਦੇ ਆ, ਕੀਰਤਨ ਦਰਬਾਰਾਂ ਜਾਂਦੇ ਆ, ਉਦੋਂ ਕੀ ਹੁੰਦਾ? ਗੁਰੂ ਦਾ ਪ੍ਰੇਮ ਵੱਧਦਾ। ਸਾਰਾ ਕੁਝ ਅੰਦਰ ਦੇ ਪਿਆਰ ਨੂੰ ਵਧਾਉਣ ਵਾਸਤੇ ਹੈ। ਕਈ ਲੋਕ ਅੱਜ ਕੱਲ੍ਹ ਕਹਿੰਦੇ ਆ ਨਗਰ ਕੀਰਤਨਾਂ ਦਾ ਕੀ ਫਾਇਦਾ, ਕੀਰਤਨ ਦਰਬਾਰਾਂ ਦਾ ਕੀ ਫਾਇਦਾ, ਆਖੇ ਜੀ ਅਖੰਡ ਪਾਠ ਸਾਹਿਬ ਕਰਾਉਣ ਦਾ ਕੀ ਫਾਇਦਾ, ਐਨੇ ਲੰਗਰ ਲਾਉਣ ਦਾ ਕੀ ਫਾਇਦਾ। ਪਰ ਸਾਧ ਸੰਗਤ ਜੀ ਸਾਨੂੰ ਪਤਾ ਫਾਇਦੇ ਦਾ, ਇਹਨਾਂ ਨੂੰ ਨਹੀਂ ਦਾ ਨਾਂ ਸਹੀ। ਅਸੀਂ ਜਦੋਂ ਛੋਟੇ ਹੁੰਦੇ ਹਾਂ, ਸਾਰੇ ਹੀ ਤੁਸੀਂ ਸਾਰੇ ਹੀ 4-5 ਸਾਲ ਦੀ ਉਮਰ 'ਚ ਸਾਡੇ ਮਾਂ-ਬਾਪ ਉਂਗਲੀ ਫੜ ਕੇ ਲੈ ਜਾਂਦੇ ਨੇ ਨਗਰ ਕੀਰਤਨ 'ਚ। ਅਸੀਂ ਗੁਰੂ ਦੇ ਨਿਸ਼ਾਨਾਂ ਨੂੰ ਦੇਖਦੇ ਹਾਂ, ਅਸੀਂ ਗੁਰੂ ਦੇ ਨਗਾਰਿਆਂ ਨੂੰ ਦੇਖਦੇ ਹਾਂ, ਅਸੀਂ ਗੁਰੂ ਦੀ ਜਾਹੋ ਜਲਾਲ ਨੂੰ ਦੇਖਦੇ ਹਾਂ। ਸਾਨੂੰ ਲੱਗਦਾ ਇਹ ਸਾਡਾ ਵਿਰਸਾ ਹੈ। ਉਹ ਸਾਡੇ ਦਿਮਾਗ 'ਚ ਬਹਿ ਜਾਂਦਾ।
ਹਜ਼ਾਰਾਂ ਗ੍ਰੰਥ ਪੜ੍ਹ ਕੇ ਉਹ ਤੁਸੀਂ ਪੱਕੇ ਨਹੀਂ ਹੋ ਸਕਦੇ, ਜਿਹੜਾ ਉਹ ਇੱਕ ਸੀਨ ਦੇਖ ਕੇ ਪੱਕੇ ਸਿੱਖ ਬਣ ਜਾਂਦੇ ਹੋ। ਇਹ ਤੁਹਾਡੇ ਅੰਦਰ ਪ੍ਰੇਮ ਪੈਦਾ ਕਰ ਦਿੰਦਾ। ਜਾਹੋ ਜਲਾਲ ਖਾਲਸੇ ਦਾ, ਸੱਚੇ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਲਗੀਧਰ ਦਾ ਜਾਹੋ ਜਲਾਲ ਕੱਲ ਵੇਖਾਂਗੇ। ਧਾਵਾਂਗੇ ਸੋ ਪਛੇ ਗਏ ਹੈ ਭਾਜ ਕੇ ਜੋ ਚਲਿਓ ਚਾਹੈ, ਔਰ ਦੌੜ ਦੌੜ ਕੇ ਮਹੱਲਾ ਖੇਡਾਂਗੇ। ਜਿਹੜਾ ਭੱਜ ਕੇ ਜਾਣ ਦੀ ਕੋਸ਼ਿਸ਼ ਕਰੇਗਾ ਉਹਨੂੰ ਫੜ ਫੜ ਕੇ ਰੰਗ ਲਾਵਾਂਗੇ। ਸ੍ਰੀ ਗੁਰਿਓ ਕਹਿਓ ਹੋਲਾ ਕਾਲ ਹੀ ਮਚਾਵਾਂਗੇ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਕਹਿਣ ਲੱਗੇ ਕੱਲ ਨੂੰ ਹੋਲਾ ਮਚਾਵਾਂਗੇ, ਖੇਡਾਂਗੇ ਹੋਲਾ ਅਸੀਂ। ਸ੍ਰੀ ਗੁਰ ਕੇ ਪਿਆਰੇ ਗੁਣੋਂ ਬਾਰੇ ਭਾਰੇ ਬਾਂਕੇ ਸਿੰਘ, ਸ੍ਰੀ ਗੁਰੂ ਕੇ ਪਿਆਰੇ ਕਲਗੀਆਂ ਵਾਲੇ ਦੇ ਲਾਲ ਭਾਈ ਦਇਆ ਸਿੰਘ ਜੀ ਵਰਗੇ, ਭਾਈ ਆਲਮ ਸਿੰਘ ਵਰਗੇ, ਭਾਈ ਬਚਿੱਤਰ ਸਿੰਘ ਵਰਗੇ, ਭਾਈ ਮਨੀ ਸਿੰਘ ਵਰਗੇ, ਬਾਬਾ ਦੀਪ ਸਿੰਘ ਵਰਗੇ, ਜਾਂ ਕੇ ਡੀਲ ਦੇਖ ਬਿਜੈ ਭ੍ਰਮ ਜਾਤ ਭਾਗਿਓ ਹੈ। ਕਹਿੰਦੇ ਜਿਨ੍ਹਾਂ ਦੇ ਕੱਦ ਕਾਠ ਵੇਖ ਕੇ ਨਾ ਉਹਨਾਂ ਦਾ ਬਾਬਾ ਦੀਪ ਸਿੰਘ ਵਰਗੇ ਨੌਜਵਾਨ 7-7 ਫੁੱਟੇ ਉਦੋਂ ਮਹਾਰਾਜ ਦੇ ਕੋਲ ਸਨ। ਬਾਬਾ ਜੀ ਉਦੋਂ 18 ਸਾਲਾਂ ਦੇ ਸਨ ਜਦੋਂ ਗੁਰੂ ਮਹਾਰਾਜ ਨੇ ਅੰਮ੍ਰਿਤ ਛਕਾਇਆ। ਕਹਿੰਦੇ ਉਹਨਾਂ ਨੂੰ ਵੇਖ ਕੇ ਤੇ ਭਰਮ ਵੀ ਭੱਜ ਜਾਂਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਖਾਲਸੇ ਦੇ ਨੇੜੇ ਭਰਮ ਆਉਂਦਾ ਹੀ ਨਹੀਂ। ਸਭ ਤੋਂ ਵੱਡਾ ਦੁਸ਼ਮਣ ਬੰਦੇ ਦਾ ਭਰਮ ਹੁੰਦਾ, ਤੇ ਜੇ ਭਰਮ ਭੱਜ ਗਿਆ, ਭਰਮ ਭੇਖਤੇ ਰਹਿ ਨਿਆਰਾ ਸੋ ਖਾਲਸ। ਸਤਿਗੁਰੂ ਹਮਾਰਾ ਜਿਹਨੇ ਭਰਮ ਭਜਾਤਾ ਉਹ ਵੈਰੀ ਨੂੰ ਕੀ ਸਮਝਦਾ? ਉਹਦੇ ਸਾਹਮਣੇ ਦੁਸ਼ਮਣ ਕੀ ਚੀਜ਼ ਹੈ? ਕਹਿੰਦੇ ਭਰਮ ਹੀ ਹੈ ਨਾ ਜਿਹੜਾ ਬੰਦੇ ਨੂੰ ਡਰਾ ਕੇ ਰੱਖਦਾ ਵੀ ਜੇ ਮੈਂ ਇਦਾਂ ਕਰਾਂਗਾ ਤੇ ਆਹ ਹੋ ਜਾਏਗਾ, ਇਹ ਕਰਾਂਗਾ ਤੇ ਇਹ ਹੋ ਜਾਏਗਾ। ਉਹ ਬੰਦਾ ਜੰਗ ਨਹੀਂ ਕਰ ਸਕਦਾ। ਤੇ ਕਹਿੰਦੇ ਇਹੋ ਜਿਹੇ ਗੁਰੂ ਕੇ ਲਾਲ ਸਿੰਘ ਸਨ, ਇਹੋ ਜਿਹੀ ਬਾਣੀ ਪੜ੍ਹਨ ਵਾਲੇ, ਨਾਮ ਜਪਣ ਵਾਲੇ, ਦੇਗ ਤੇਗ ਦੇ ਧਨੀ ਸਨ, ਜਿਨ੍ਹਾਂ ਨੂੰ ਵੇਖ ਕੇ ਭਰਮ ਭੱਜ ਜਾਂਦਾ ਸੀ। ਹਾਂਜੀ, ਸਜੇ ਹੈ ਛਬੀਲ ਚੀਰ ਬੈਠੇ ਚਾਰੋਂ ओर ਧੀਰ। ਬੜੇ ਬੜੇ ਸੋਹਣੇ ਬਸਤਰ ਪਾਏ ਹੋਏ ਨੇ, ਵੱਡੇ ਵੱਡੇ ਸੁੰਦਰ ਦੁਮਾਲੇ ਸਜਾਏ ਹੋਏ ਨੇ, ਸ਼ਸਤਰਾਂ ਨਾਲ ਸਜੇ ਹੋਏ ਨੇ। ਸ੍ਰੀ ਕਲਗੀਧਰ ਪਾਤਸ਼ਾਹ ਦੇ ਦੀਵਾਨ ਵਿੱਚ ਬਾਂਕੇ ਛੈਲ ਛਬੀਲੇ ਸਿੰਘ ਬੈਠੇ ਹੋਏ ਨੇ। ਕਰੇ ਸੋਦੀਦਾਰ ਜਾਂ ਕੇ ਭਾਲ ਭਾਗ ਜਾਗਿਓ ਹੈ। ਕਵੀ ਨਿਹਾਲ ਸਿੰਘ ਜੀ ਕਹਿੰਦੇ ਦਰਸ਼ਨ ਕੌਣ ਕਰ ਰਿਹਾ? ਉਹ ਸੀਨ ਨੂੰ ਵੇਖ ਕੌਣ ਰਿਹਾ? ਆ ਜਿਨ੍ਹਾਂ ਦੇ ਮੱਥੇ ਦੇ ਭਾਗ ਜਾਗੇ ਹਨ। ਗੁਰਪੂਰਾ ਭੇਟਿਓ ਵੱਡ ਭਾਗੀ। ਵੱਡੇ ਭਾਗਾਂ ਨਾਲ ਕਲਗੀਧਰ ਪਾਤਸ਼ਾਹ ਦੇ ਉਸ ਜਾਹੋ ਜਲਾਲ ਦੇ ਦਰਸ਼ਨ ਜਿਨ੍ਹਾਂ ਨੇ ਵੀ ਕੀਤੇ ਸਨ ਉਸ ਸਮੇਂ, ਉਹ ਧੰਨ ਹੋ ਗਏ ਸਨ। ਤੇ ਸਾਧ ਸੰਗਤ ਜੀ ਜਿਹੜੇ ਹੁਣ ਕਥਾ 'ਚ ਦਰਸ਼ਨ ਕਰ ਰਹੇ ਹੋ, ਇਹ ਵੀ ਧੰਨ ਕਰਨਗੇ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਕਿਉਂ? ਕਿਉਂਕਿ ਸਾਡੀ ਸੁਰਤ ਨਹੀਂ ਦੇ ਦਰਸ਼ਨ ਕਰਨੇ ਨੇ, ਤੇ ਸੁਰਤ ਉੱਥੇ ਲੈ ਚੱਲੋ ਹਜੂਰ ਦੇ ਚਰਨਾਂ ਵਿੱਚ ਸ੍ਰੀ ਅਨੰਦਪੁਰ ਸਾਹਿਬ, ਤੇ ਸਾਡੀ ਸੁਰਤੀ ਪਵਿੱਤਰ ਹੋ ਜਾਵੇ। ਹਾਂਜੀ, ਸੇਵਕ ਨਿਹਾਲ ਸਿੰਘ ਮੱਧੇ ਸ੍ਰੀ ਗੋਬਿੰਦ ਸਿੰਘ। ਭਾਈ ਨਿਹਾਲ ਸਿੰਘ ਜੀ ਕਹਿੰਦੇ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਿਚਕਾਰ ਹਨ, ਮੱਧ ਬਿਰਾਜਮਾਨ ਹਨ, ਤੇ ਆਲੇ ਦੁਆਲੇ ਸਜਿਆ ਧਜਿਆ ਖਾਲਸਾ ਪੰਥ ਹੈ। ਪੰਜ ਸਿੰਘ ਹੈ ਹਜੂਰ ਮਨ ਪ੍ਰੇਮ ਪਾਗਿਓ ਹੈ। ਪੰਜੇ ਪਿਆਰੇ ਹਜੂਰ ਦੇ ਵਿੱਚ ਤਿਆਰ ਬਰ ਤਿਆਰ ਹੋ ਕੇ ਖੜੇ ਹਨ, ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਪ੍ਰੇਮ ਵਸਿਆ ਹੋਇਆ ਹੈ। ਸੋਭਾ ਕੇ ਸਮਾਜ ਕੇ ਸਮੀਪ ਸ੍ਰੀ ਅਨੰਦਪੁਰ। ਸੋਭਾ ਕੇ ਸਮਾਜ ਕੇ ਸੋਭਾ ਵੱਧ ਰਹੀ ਹੈ ਦਿਨੋਂ ਦਿਨ ਕਲਗੀਧਰ ਪਾਤਸ਼ਾਹ ਦਾ ਜਾਹੋ ਜਲਾਲ। ਮੀਰੀ ਪੀਰੀ ਦੇ ਮਾਲਕ ਛੇਵੇਂ ਪਾਤਸ਼ਾਹ ਨੂੰ ਮਾਤਾ ਨਾਨਕੀ ਨੇ ਕਿਹਾ, ਕਹਿਣ ਲੱਗੀ ਪਿਆਰ ਤੇ ਤੁਸੀਂ ਤੇਗ ਬਹਾਦਰ ਨੂੰ ਕਰਦੇ ਹੋ, ਮੇਰੇ ਪੁੱਤਰ ਨੂੰ, ਤੇ ਗੱਦੀ ਦੇਣ ਲੱਗੇ ਹੋ ਪੋਤਰੇ ਹਰ ਰਾਏ ਨੂੰ। ਮੇਰਾ ਪੁੱਤਰ ਕੀ ਕਰੇਗਾ? ਪ੍ਰਸ਼ਾਦਾ ਛਕ ਰਹੇ ਸੀ ਮਹਾਰਾਜ ਸ੍ਰੀ ਗੁਰੂ ਹਰਗੋਬਿੰਦ ਸਾਹਿਬ। ਕੀਰਤਪੁਰ ਸਾਹਿਬ ਦਾ ਵਚਨ ਹੈ। ਪ੍ਰਸ਼ਾਦਾ ਛਕਣ ਤੋਂ ਬਾਅਦ ਹੱਥ ਧੋ ਰਹੇ ਸਨ, ਤੇ ਮਾਤਾ ਜੀ ਕੋਲ ਬੈਠੇ ਆਪਣੇ ਮਨ ਦੀ ਬੇਦਨ ਦੱਸ ਰਹੇ ਸਨ। ਪਾਤਸ਼ਾਹ ਨੇ ਤਾਂ ਤੌਲੀਏ ਨਾਲ ਟਾਵਲ ਨਾਲ ਹੱਥ ਪੂੰਝਿਆ, ਹੱਥ ਪੂੰਝ ਕੇ ਤੇ ਸੱਚੇ ਪਾਤਸ਼ਾਹ ਉਹ ਛੋਟਾ ਜਿਹਾ ਤੌਲੀਆ ਮਾਤਾ ਨਾਨਕੀ ਦੀ ਗੋਦੀ 'ਚ ਸਿੱਟਦਾ, ਝੋਲੀ 'ਚ। ਉਹਨਾਂ ਨੇ ਏਦਾਂ ਝੋਲੀ 'ਚ ਲੈ ਲਿਆ, ਕਹਿਣ ਲੱਗੇ ਜਾ ਤੇਰਾ ਪੁੱਤਰ ਵੀ ਗੁਰੂ ਬਣੇਗਾ, ਤੇਰੇ ਪੁੱਤਰ ਦਾ ਪੁੱਤਰ ਸਾਡਾ ਪੋਤਰਾ ਹੋਵੇਗਾ। ਸਾਡਾ ਪੋਤਰਾ ਇਹੋ ਜਿਹਾ ਬਲੀ ਹੋਵੇਗਾ, ਐਸਾ ਸੂਰਮਾ ਹੋਵੇਗਾ, ਐਸਾ ਯੋਧਾ ਹੋਵੇਗਾ, ਜਿਹੜੇ ਕਾਰਜ ਅਸੀਂ ਆਰੰਭ ਕੀਤੇ ਨੇ ਉਹਨਾਂ ਨੂੰ ਸਿਖਰ ਤੇ ਪਹੁੰਚਾ ਦੇਗਾ। ਉਹ ਗੁਰੂ ਨਾਨਕ ਦੇ ਪੰਥ ਦਾ ਐਸਾ ਇੱਕ ਰੂਪ ਬਣਾ ਦੇਗਾ ਜਿਹੜਾ ਸਾਰੇ ਸੰਸਾਰ ਤੋਂ ਨਿਆਰਾ ਹੋਵੇਗਾ। ਪੁਨ ਲਿਖਿਆ ਨਾ, ਜਿਵੇਂ ਕਹਿੰਦੇ ਦੂਹ ਪੰਥ ਮੈਂ ਕਪਟ ਵਿਦਿਆ ਚਲਾਨੀ। ਹਿੰਦੂ ਤੁਰਕਾਂ 'ਚ ਦੋਵਾਂ 'ਚ ਕਪਟ ਵਿਦਿਆ ਆ ਗਈ ਸੀ। ਇਨਸਾਨੀਅਤ ਨਹੀਂ ਸੀ ਰਹਿ ਗਈ, ਉਹਨਾਂ ਵਿੱਚ ਧਰਮ ਨਹੀਂ ਸੀ ਰਹਿ ਗਿਆ। ਬਹੁਤ ਤੀਸਰਾ ਪੰਥ ਕੀਜਾ ਪ੍ਰਧਾਨੀ, ਫਿਰ ਤੀਜਾ ਪੰਥ ਚਲਾਇਆ, ਖਾਲਸਾ ਪੰਥ। ਮਹਾਰਾਜ 10ਵੇਂ ਪਾਤਸ਼ਾਹ ਨੇ ਇਹ ਜਿਹੜਾ ਗੁਰੂ ਨਾਨਕ ਦਾ ਮਿਸ਼ਨ ਸੀ ਨਾ, ਇਹਨੂੰ ਪੂਰੇ ਸਿਖਰ ਤੇ ਪਹੁੰਚਾ ਕੇ ਉੱਥੇ ਚੱਲਿਆ ਸੀ। ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ।
ਇਹਨਾਂ ਨੇ ਉਸੇ ਨਿਰਮਲ ਪੰਥ ਨੂੰ ਕਹਿਤਾ ਖਾਲਸਾ ਪੰਥ। ਉਹਦੇ ਵਿੱਚ ਬੈਠੇ ਸੱਚੇ ਪਾਤਸ਼ਾਹ ਸੋਭਾ ਪਾ ਰਹੇ ਨੇ। ਹੋਲੇ ਕੇ ਪ੍ਰਸੰਗ ਮੈਂ ਦੀਵਾਨ ਖੂਬ ਲਾਗਿਓ ਹੈ। ਹੋਲੇ ਕੇ ਪ੍ਰਸੰਗ ਮੈਂ, ਹੋਲੇ ਦੇ ਸੰਦਰਭ ਵਿੱਚ ਅੱਜ ਦੀਵਾਨ ਹੋਲੇ ਦਾ ਹੀ ਸਜੇਗਾ। ਹੋਲਿਓ ਏਕ ਔਰ ਮਹਾਰਾਜਾ ਗੁਰੂ ਗ੍ਰੰਥ ਜੀ ਹੈ। ਇੱਕ ਪਾਸੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ ਹੈ। ਸਿੰਘ ਆਸ ਪਾਸ ਸਜਿਓ ਪਾਤਸ਼ਾਹ ਸਚਿਓ ਹੈ। ਇੱਕ ਪਾਸੇ ਖਾਲਸਾ ਉਹਨਾਂ ਦੇ ਆਲੇ ਦੁਆਲੇ ਸਜਿਆ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਵਿੱਚ ਬੈਠੇ ਨੇ। ਇੱਕ ਔਰ ਕੇਵਲ ਹਠੀਲੇ ਜਪੀ ਤਪੀ ਸਿੰਘ। ਇੱਕ ਪਾਸੇ ਹਠੀ ਤਪੀ ਜਪੀ ਬਾਣੀ ਪੜਨ ਵਾਲੇ, ਨਾਮ ਜਪਣ ਵਾਲੇ, ਦੇਗ ਔਰ ਤੇਗ ਦੇ ਧਨੀ ਸਿੰਘ ਬੈਠੇ ਨੇ। ਗੁਰਮੁਖ ਦੁਆਰ ਜਿਨੋ ਨਾਮ ਸੁਦਾ ਅਚਿਓ ਹੈ। ਜਿਨ੍ਹਾਂ ਨੇ ਗੁਰੂ ਕਲਗੀਧਰ ਜੀ ਦੇ ਮੁਖ ਤੋਂ ਨਾਮ ਅੰਮ੍ਰਿਤ ਲੈ ਕੇ ਉਹਨੂੰ ਜਪਿਆ ਹੈ, ਅੰਮ੍ਰਿਤ ਛਕਿਆ ਹੈ। ਅੰਮ੍ਰਿਤ ਨਾਮ ਨਿਧਾਨ ਹੈ, ਮਿਲ ਪੀਵੋ ਭਾਈ। ਉਹ ਅੰਮ੍ਰਿਤ ਨੂੰ ਅੰਦਰ ਅੰਦਰ ਪੀ ਕੇ ਨਿਹਾਲ ਹੋ ਗਏ ਹਨ। ਇੱਕ ਔਰ ਰਾਗੀ ਸਿੰਘ ਸ਼ਬਦ ਰਹੇ ਹੈ ਪੜ। ਇੱਕ ਪਾਸੇ ਰਾਗੀ ਸਿੰਘ ਕੀਰਤਨ ਕਰ ਰਹੇ ਨੇ, ਬੜੇ ਸੁੰਦਰ ਰਾਗਾਂ ਵਿੱਚ ਗੁਰਬਾਣੀ ਦਾ ਗਾਇਨ ਕਰ ਰਹੇ ਨੇ। ਸੁਨ ਕੈ ਸਰਬਤ ਹੁਕਮ ਮਨੁਆ ਲਲਚਿਓ ਹੈ। ਸੁਣਨ ਵਾਲਿਆਂ ਦਾ, ਇਸਤਰੀ ਪੁਰਸ਼ ਜਿੰਨੀ ਦੁਨੀਆ ਆਈ ਹੈ, ਹਜ਼ਾਰਾਂ ਸੰਗਤਾਂ, ਉਹਨਾਂ ਦਾ ਮਨ ਮੋਹਿਆ ਜਾ ਰਿਹਾ, ਕੀਰਤਨ ਦੇ ਵਿੱਚ ਮਨ ਜੁੜਦਾ ਜਾ ਰਿਹਾ ਹੈ। ਇੱਕ ਔਰ ਪੜਤ ਨਿਹਾਲ ਸਿੰਘ ਸ੍ਰੀ ਕਬਿਤ। ਇੱਕ ਪਾਸੇ ਕਵੀ ਆਪਣੇ ਕਵਿਤ ਸੁਣਾ ਰਹੇ ਨੇ। 52 ਕਵੀ ਭਾਈ ਨੰਦ ਲਾਲ ਜੀ ਵਰਗੇ। ਜਦੋਂ ਭਾਈ ਨੰਦ ਲਾਲ ਜੀ ਨੂੰ ਮਹਾਰਾਜ ਨੇ ਹੋਲਗੜ੍ਹ ਸਾਹਿਬ ਆਖਿਆ, ਸੁਣਾਓ ਭਾਈ ਸਾਹਿਬ ਜੀ ਕੀ ਲੈ ਕੇ ਆਏ ਹੋ, ਤੇ ਭਾਈ ਸਾਹਿਬ ਨੇ ਉਦੋਂ ਇਹ ਗਜ਼ਲ ਗਾਈ ਸੀ, ਗੁਲੇ ਹੋਲੀ ਬਬਾਗੇ ਦਹਿਰ ਬੂ ਕਰਦ ਲਵੇ ਚੋਂ ਗੁੰਚੈਰਾ ਫਰਖੰਦਾ ਖੂ ਕਰਦ। ਸੋ ਸਾਧ ਸੰਗਤ ਜੀ ਸਮਾਂ ਅੱਗੇ ਜਾਣ ਦੀ ਇਜਾਜ਼ਤ ਨਹੀਂ ਦਿੰਦਾ, ਪੂਰਨ ਹੋ ਚੁੱਕਾ ਹੈ। ਇਹ ਪ੍ਰਸੰਗ ਬੜੇ ਲੰਮੇ ਹਨ, ਤੇ ਜੇ ਆਪਾਂ ਰੋਜ਼ ਘੰਟਾ ਕਥਾ ਕਰੀਏ ਹਫਤਾ ਤਾਂ ਇਸੇ ਪ੍ਰਸੰਗ ਤੇ ਹੀ ਲੱਗ ਜਾਣਾ। ਸੋ ਜਿੰਨਾ ਕੁ ਆਪ ਜੀ ਨੇ ਰਸ ਲਿਆ ਓਨਾ ਹੀ ਪ੍ਰਵਾਨ ਕਰਨਾ। ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦਾ, ਗੁਰੂ ਦੀਆਂ ਸੰਗਤਾਂ ਦਾ, ਨੌਜਵਾਨ ਵੀਰਾਂ ਦਾ ਬਹੁਤ ਧੰਨਵਾਦ ਹੈ ਜਿਨ੍ਹਾਂ ਨੇ ਸੰਗਤਾਂ ਦੇ ਦਰਸ਼ਨ ਕਰਾਏ ਨੇ। ਸਭ ਤੋਂ ਜ਼ਿਆਦਾ ਧੰਨਵਾਦ ਸਤਿਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ। ਕਹੋ ਨਾਨਕ ਸਤਿਗੁਰੂ ਬਲਿਹਾਰੀ ਜੀ ਨੇ ਥਾਨ ਸੁਹਾਇਆ, ਜਿਨ੍ਹਾਂ ਦੀ ਕਿਰਪਾ ਨਾਲ ਆਪਾਂ ਬੈਠੇ ਹਾਂ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।